ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਅੱਜ ਇੱਕ ਖਾਸ ਦਿਨ ਹੈ 17 ਸਤੰਬਰ। ਅਕਾਲੀ ਦਲ ਵੱਲੋਂ ਦਿੱਲੀ ਦੇ ਵਿੱਚ ਜਿਹੜਾ ਮਾਰਚ ਕੀਤਾ ਜਾਣਾ ਸੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ, तमाम ਸਿਆਸੀ ਪਾਰਟੀਆਂ ਤਕਰੀਬਨ ਪਿਛਲੇ 1 ਸਾਲ ਤੋਂ ਜਿਹੜੀਆਂ ਨੇ ਉਹ ਇਸ ਖੇਤੀ ਕਾਨੂੰਨਾਂ ਦੇ ਆਲੇ ਦੁਆਲੇ ਬੇਨਕਾਬ ਹੋ ਰਹੀਆਂ ਨੇ ਕਿ ਕਿੰਨੇ ਕੀ ਕੁਝ ਕੀਤਾ ਤੇ ਕਿੰਨੇ ਜਿਹੜਾ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਂ ਕਿਹੜਾ ਕਿਸਾਨਾਂ ਦੇ ਖਿਲਾਫ ਰਿਹਾ, ਕੌਣ ਪ੍ਰੋਪੇਗੈਂਡਾ ਕਰਦਾ ਰਿਹਾ, ਬੀਜੇਪੀ ਕੀ ਕੁਝ ਕਰਦੀ ਰਹੀ, ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਨਾਲੋਂ ਨਾਲ ਜੋ ਕੁਝ ਅਸੀਂ ਸੋਨੂ ਸੂਦ ਦੇ ਨਾਲ ਕਹਿ ਲਓ ਕਿ ਆਈਟੀ ਦੇ ਛਾਪੇ ਪੈਣਾ ਜਾਂ ਕਹਿ ਲਓ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਜਾ ਕੇ ਜਦੋਂ ਕਿਤੇ ਛਾਪਾ ਮਾਰਦੀਆਂ ਤਾਂ ਉਹਦੇ ਉੱਤੇ ਨਜ਼ਰ ਜਿਹੜੀ ਹੈ ਉਹ ਸਿਆਸੀ ਵੀ ਹੁੰਦੀ ਹੈ ਕਿ ਕਿਸ ਮਨਸ਼ਾ ਦੇ ਤਹਿਤ ਜੇ ਉਹ ਜਾ ਕੇ ਪੱਛਮੀ ਬੰਗਾਲ ਦੇ ਵਿੱਚ ਛਾਪਾ ਮਾਰਦੇ ਨੇ ਜਾਂ ਸਾਬਕਾ ਆਈਏਐਸ ਅਧਿਕਾਰੀ ਹਰਸ਼ ਮੰਦਰ ਦੇ ਉੱਥੇ ਜਾ ਕੇ ਈਡੀ ਛਾਪਾ ਮਾਰਦੀ ਹੈ, ਕਿਤੇ ਇਨਕਮ ਟੈਕਸ ਛਾਪਾ ਮਾਰਦਾ, ਤਾਂ ਇਹਦੇ ਪਿੱਛੇ ਕੀ ਚੱਲ ਰਿਹਾ। ਨਾਲੋਂ ਨਾਲ ਪੰਜਾਬ ਦੀ ਸਿਆਸਤ ਦੀ ਗੱਲ ਇਹ ਆ ਕਿ ਕੈਪਟਨ ਸਾਹਿਬ ਦੇ ਖਿਲਾਫ ਕਹਿ ਲਓ ਕਿ ਵਿਧਾਨ ਸਭਾ ਦੇ ਕੁਝ ਵਿਧਾਇਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਦੱਸੇ ਜਾ ਰਹੇ ਨੇ, ਉਹਨਾਂ ਨੇ ਵੀ ਇੱਕ ਚਿੱਠੀ ਸੋਨੀਆ ਗਾਂਧੀ ਨੂੰ ਲਿਖ ਦਿੱਤੀ ਹੈ ਕਿ ਵਿਧਾਇਕ ਦਲ ਦੀ ਬੈਠਕ ਸੱਦ ਲਓ। ਕਾਫੀ ਜਿਹੜਾ ਸਿਆਸੀ ਰੌਲਾ ਰੱਪਾ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਪਿਆ ਹੋਇਆ। ਆਮ ਆਦਮੀ ਪਾਰਟੀ ਉੱਤੇ ਵੀ ਬੜੇ ਸਵਾਲ ਉੱਠ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ, ਇਹਨਾਂ ਨੇ ਕਿੱਦਾਂ ਦਾ ਸਟੈਂਡ ਲਿਆ ਪਿਛਲੇ 1 ਸਾਲ ਦੇ ਵਿੱਚ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ 1 ਸਾਲ ਹੋ ਗਿਆ ਖੇਤੀ ਕਾਨੂੰਨਾਂ ਨੂੰ, ਕਿਸਾਨ ਉੱਥੇ ਹੀ ਨੇ, ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਜਿਹੜੀਆਂ ਮੈਂ ਕਹਿ ਰਿਹਾ ਸੀ ਕਿ ਸਿਆਸੀ ਮਨਸ਼ਾਵਾਂ ਜਿਹੜੀਆਂ ਨੇ, ਜਿਹੜੇ ਬੜੇ ਬੇਨਕਾਬ ਹੋਏ ਪਾਰਟੀਆਂ ਦੇ ਲੀਡਰ ਕਹਿ ਲਓ, ਪ੍ਰਧਾਨ ਕਹਿ ਲਓ, ਜਿਹੜੇ ਅਹੁਦੇਦਾਰ ਕਹਿ ਲਓ, ਤਕਰੀਬਨ ਉੱਤੋਂ ਲੈ ਕੇ ਥੱਲੇ ਤੱਕ ਸਭ ਬੇਨਕਾਬ ਹੋਏ ਕਿ ਆਮ ਲੋਕਾਂ ਦੇ ਹੱਕ 'ਚ ਜਾਂ ਕਿਸਾਨਾਂ ਦੇ ਹੱਕ 'ਚ ਕੌਣ ਕਿੱਥੇ ਖੜਾ ਨਜ਼ਰ ਆਇਆ। ਸੁਖਿੰਦਰ, ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ, ਪਾਰਟੀਆਂ ਕਿਉਂ ਇਹਨਾਂ ਕਾਨੂੰਨਾਂ ਦੇ ਡਟ ਕੇ ਉਹਨਾਂ ਵਿਰੋਧ ਵਿੱਚ ਨਹੀਂ ਜਿੰਨੇ ਕਿਸਾਨ ਤੇ ਮਜ਼ਦੂਰ ਤੇ ਹੋਰ ਜਨਤਾ ਜਨਾਰਦਨ ਹੈਗੀ। ਉਹਦਾ ਕਾਰਨ ਬੜਾ ਸਾਫ਼ ਆ ਕਿ ਇੱਕ ਸੋਚ ਬਣੀ ਹੋਈ ਹੈ ਜਿਹੜੀ ਕਿ ਪੱਛਮ ਚੋਂ ਸੋਚ ਆਈ ਆ ਵੀ ਖੇਤੀ 'ਚ ਬਹੁਤੇ ਬੰਦੇ ਟਿਕ ਨਹੀਂ ਸਕਦੇ। ਉਹਨਾਂ ਨੇ ਆਪਣੇ ਦੇਸ਼ਾਂ 'ਚ ਵੀ ਇੰਝ ਹੀ ਕੀਤਾ। ਤੁਸੀਂ 300 ਸਾਲ 400 ਸਾਲ ਦਾ ਇਤਿਹਾਸ ਇੰਗਲੈਂਡ ਦਾ ਪੜ੍ਹ ਲਓ, ਯੂਰਪ ਦਾ ਪੜ੍ਹ ਲਓ, ਇਸ ਤਰ੍ਹਾਂ ਅਮਰੀਕਾ ਦਾ ਪੜ੍ਹ ਲਓ। ਅਮਰੀਕਾ 'ਚ 1.5% ਲੋਕ ਖੇਤੀ 'ਚ ਆ, ਗਿਣੇ ਚੁਣੇ ਫਾਰਮ ਉਂਗਲਾਂ ਤੇ ਤੁਸੀਂ ਗਿਣ ਸਕਦੇ ਆ। ਇਹੀ ਹਾਲ ਹੈ ਸਾਰੇ ਯੂਰਪ ਦਾ, ਕਿਤੇ 5%, ਕਿਤੇ 3%, ਕਿਤੇ ਵੱਧ ਤੋਂ ਵੱਧ 6% ਹੋ ਸਕਦੇ। ਇਹ ਹਾਲ ਉੱਥੇ ਆ। ਇਹੀ ਸਾਰੀ ਚੀਜ਼ ਨੂੰ ਹੁਣ ਲਾਗੂ ਧੜੱਲੇ ਨਾਲ ਇੰਟਰਨੈਸ਼ਨਲ ਏਜੰਸੀਆਂ ਸਾਡੀਆਂ ਸਰਕਾਰਾਂ ਤੇ ਦਬਾਅ ਪਾ ਕੇ ਇਹ ਉਹਨਾਂ ਨਾਲ ਰਲ ਗਏ, ਉਹਨਾਂ ਦੇ ਸਾਹਮਣੇ ਗੋਠੜੀਆਂ ਟੇਕਤੀਆਂ ਤੇ ਪਲਾਨ ਰਲ ਕੇ ਇਹਨਾਂ ਨੇ ਇਹ ਬਣਾ ਲਈ ਆ। ਸਾਡੀ ਸਰਕਾਰ ਜਿਹੜੀ ਮੋਦੀ ਦੀ ਸਰਕਾਰ, ਇੰਟਰਨੈਸ਼ਨਲ ਏਜੰਸੀਆਂ, ਫੋਰਨ ਦੇ ਕਾਰਪੋਰੇਟ ਤੇ ਸਾਡੇ ਘਰੇਲੂ ਪੈਦਾ ਕੀਤੇ ਹੋਏ ਅਡਾਨੀ ਅੰਬਾਨੀ, ਇਹ ਸਾਰੇ ਮਿਲ ਕੇ ਇਸ ਗੱਲ ਤੇ ਆ ਕਿ ਖੇਤੀ ਚੋਂ ਲੋਕਾਂ ਨੂੰ ਬਾਹਰ ਸੁੱਟਦਾ ਜਾਏ ਔਰ ਕਾਰਪੋਰੇਟਾਂ ਦਾ ਕਬਜ਼ਾ ਅਨਾਜ ਤੇ ਕੀਤਾ ਜਾਏ। ਉਹਦੇ 2 ਫਾਇਦੇ ਹੋਣਗੇ। ਇੱਕ, ਜ਼ਮੀਨ ਆਉਣ ਵਾਲੇ ਸਮੇਂ ਚੋਂ ਇੱਕ ਬਹੁਤ ਵੱਡਾ ਐਸੈਟ ਹੋਊਗਾ, ਖਾਸ ਕਰ ਸਾਡੇ ਵਰਗੇ ਦੇਸ਼ਾਂ ਦੇ ਵਿੱਚ, ਜਿੱਥੇ ਤੁਸੀਂ ਜ਼ਮੀਨ ਤੇ ਜਦੋਂ ਇੱਕ ਵਾਰੀ ਕਬਜ਼ਾ ਕਰ ਲਓਗੇ, ਬਾਅਦ ਵਿੱਚ ਕਲੋਨੀਆਂ ਕੱਟਣੀਆਂ ਉਹ 100 ਗੁਣਾ ਮਹਿੰਗੀ, 200 ਗੁਣਾ ਮਹਿੰਗੀ ਪੁੜੀਆਂ 'ਚ ਪਾ ਕੇ, ਜਿਹੜੀ ਤੁਸੀਂ ਥੋਕ ਦੇ ਭਾਅ ਖਰੀਦੋਗੇ ਪੁੜੀਆਂ 'ਚ ਵੇਚੋਗੇ, ਸੈਂਟੀਮੀਟਰਾਂ ਮਿਲੀਮੀਟਰਾਂ 'ਚ ਵੇਚੋਗੇ, ਏਕੜਾਂ 'ਚ ਜ਼ਮੀਨ ਖਰੀਦੋਗੇ। ਇਕੱਲਾ ਇੱਥੇ ਨਹੀਂ ਹੋ ਰਿਹਾ, ਬਾਹਰਲੇ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਸਮਝ ਪੈ ਗਈ ਹੈ ਕਿ ਖੇਤੀ ਇੱਕ ਇਹੋ ਜਿਹੀ ਚੀਜ਼ ਹੈਗੀ ਜਿਹਦੇ ਤੇ ਕਬਜ਼ਾ ਕਰਨਾ ਬਹੁਤ ਜ਼ਰੂਰੀ ਆ। ਪਾਣੀ ਪਹਿਲਾਂ ਹੀ ਬੋਤਲਾਂ 'ਚ ਪਾਤਾ, ਹਵਾ ਦਾ ਐਤਕੀ ਆਪਾਂ ਆਕਸੀਜਨ ਸਿਲੰਡਰ ਪਹੁੰਚਾ ਹੀ ਦਿੱਤੇ ਆ ਘਰੋਂ ਘਰੀ, ਕਿੰਨਾ ਬੁਰਾ ਹਾਲ ਸੀਗਾ। ਹਵਾ ਵੀ ਅਸੀਂ ਤੇ ਉਦੋਂ ਅਗਲੀ ਗੱਲ ਆ ਕਿ ਪਾਣੀ, ਰੋਟੀ ਖਾਣ ਦਾ, ਰੋਟੀ ਖਾ ਕੇ ਵੀ ਬੰਦਾ ਰੋਟੀ ਖਾਣ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਕੱਪੜਿਆਂ ਦੇ ਨਾਲ ਪਹਿਲਾਂ ਹੀ ਬਥੇਰਾ ਲੋਕਾਂ ਨੂੰ ਲੁੱਟ ਲਿਆ, ਕਦੀ ਫੈਸ਼ਨ ਕਰ ਲਿਆ, ਕਦੀ ਆਹ ਫੈਸ਼ਨ ਆ ਗਿਆ, ਕਦੀ ਉਹ ਫੈਸ਼ਨ ਆ ਗਿਆ। ਉੱਥੇ ਹੁਣ ਬਹੁਤਾ ਮਾਰਜਨ ਬਚਦਾ ਨਹੀਂ ਹੈ ਤੇ ਰੋਟੀ ਤੇ ਕਬਜ਼ਾ ਕਰਕੇ ਲੋਕਾਂ ਨੂੰ ਭੁੱਖੇ ਮਾਰ ਕੇ ਘਰੋਂ ਬੇਕਾਰ ਕਰਨ ਦੀ ਇੱਕ ਸਕੀਮ ਹੈਗੀ। ਹੁਣ ਇਹ ਕਰਨਗੇ ਕਿੱਥੇ? ਜਿੱਥੇ ਆਲਰੇਡੀ ਪਹਿਲਾਂ ਲੋਕ ਜ਼ਿਆਦਾ ਪਿੰਡਾਂ ਦੇ ਵਿੱਚ ਜਾਂ ਖੇਤੀ ਵਿੱਚ ਹੈਗੇ ਆ। ਇਹ ਸਾਰੇ ਹੀ, ਭਾਵੇਂ ਉਹ ਅਫਰੀਕਾ ਹੈ, ਭਾਵੇਂ ਉਹ ਪੱਛਮੀ ਅਮਰੀਕਾ ਹੈ ਜਿਹਨੂੰ ਲੈਟਨ ਅਮਰੀਕਾ ਕਹਿੰਦੇ ਆ, ਜਾਂ ਸਾਡੇ ਏਸ਼ੀਅਨ ਕੰਟਰੀਜ਼ ਹੈਗੇ, ਖਾਸ ਕਰ ਸਾਊਥ ਏਸ਼ੀਅਨ ਕੰਟਰੀਜ਼ ਹੈ। ਇੱਥੇ ਸਾਰੇ ਦੇਸ਼ਾਂ, ਇਹਨਾਂ ਦੇਸ਼ਾਂ ਦੇ ਵਿੱਚ ਜਿਨ੍ਹਾਂ ਨੂੰ ਸੋ ਕਾਲਡ ਪਛੜੇ ਦੇਸ਼ ਕਹਿੰਦੇ ਆ, ਕਿਉਂਕਿ ਇੱਥੇ ਸ਼ਹਿਰਾਂ 'ਚ ਲੋਕ ਅਜੇ ਨਹੀਂ ਬਹੁਤੇ ਗਏ, ਸ਼ਹਿਰਾਂ 'ਚ ਜਗ੍ਹਾ ਹੀ ਨਹੀਂ ਹੈ, ਲੋਕ ਹੀ ਇੰਨੇ ਹੈਗੇ। ਇਹ ਮਾਡਲ ਜਿਹੜਾ ਪੱਛਮ 'ਚ ਵੀ ਫੇਲ ਹੋਇਆ ਔਰ ਸਾਡੇ ਵੀ ਫੇਲ ਹੋਊਗਾ ਬੜੇ ਬੁਰੇ ਤਰੀਕੇ ਨਾਲ।
ਚਾਹੀਦਾ ਇਹ ਹੈ ਕਿ ਆਪਣੇ ਦੇਸ਼ ਦਾ ਜਿਤਨਾ ਚੀਨ ਨੇ ਆਪਣੇ ਹਾਲਾਤਾਂ ਨੂੰ ਵੇਖ ਕੇ 139 ਕਰੋੜ ਜਨਸੰਖਿਆ ਨੂੰ ਦੇਖ ਕੇ ਇੱਕ ਆਪਣਾ ਮਾਡਲ ਬਣਾਇਆ। ਉਹ ਸ਼ਹਿਰ ਨਹੀਂ ਉਹਨਾਂ ਨੇ ਬਹੁਤ ਵੱਡੇ ਕੀਤੇ, ਜੇ ਕੀਤੇ ਆ ਤੇ ਉਹਨਾਂ ਨੂੰ ਪਹਿਲਾਂ ਸਾਂਭਿਆ। ਮੈਂ ਆਪ ਚੀਨ 'ਚ ਜਾ ਕੇ ਦੇਖਿਆ, ਜਿਹੜੇ ਪਿੰਡਾਂ 'ਚੋਂ ਲੋਕ ਆਉਣੇ ਆ ਉਹਨਾਂ ਦਾ ਬਕਾਇਦਾ ਲਿਸਟਿੰਗ ਹੁੰਦੀ ਆ, ਉਹਨਾਂ ਦੀ ਬਕਾਇਦਾ ਸ਼ਹਿਰ 'ਚ ਕੀ ਕਰਨਗੇ ਕੀ ਨਹੀਂ ਕਰਨਗੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਔਰ ਉਸ ਤੋਂ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ ਕੀ ਕੰਮ ਕਰਨਾ, ਕਿੱਥੇ ਅਬਜ਼ਰਵ ਕਰਨਾ। ਇਹ ਨਹੀਂ ਵੀ ਹੱਥ ਲਮਕਾ ਕੇ ਨੰਗੇ ਧੜੰਗੇ ਪਿੰਡਾਂ 'ਚ, ਜਦੋਂ ਧੱਕ ਤਾਂ ਪਿੰਡਾਂ 'ਚ ਕੋਈ ਨਹੀਂ ਕੰਮ ਬਚਿਆ, ਭੁੱਖੇ ਮਰਦੇ ਹੋ ਸ਼ਹਿਰਾਂ 'ਚ ਆ ਗਏ ਤੇ ਬਾਹਰ ਆ ਕੇ ਰੇਲਵੇ ਲਾਈਨਾਂ ਦੇ ਨਾਲ ਬੈਠ ਗਏ। ਇਸ ਤਰ੍ਹਾਂ ਨਹੀਂ ਹੈਗਾ। ਉਹਨਾਂ ਨੇ ਇੱਕ ਪਲੈਨਡ ਢੰਗ ਨਾਲ ਕੀਤਾ ਜਿੰਨਾ ਵੀ ਕੀਤਾ। ਬਾਕੀ ਪਿੰਡਾਂ 'ਚ ਲੋਕ ਰੱਖੇ, ਸਾਨੂੰ ਤੇ ਵੱਡੀ ਪੱਧਰ ਤੇ ਪਿੰਡਾਂ 'ਚ ਲੋਕ ਰੱਖਣੇ ਪੈਣਗੇ। ਇਸ ਲਈ ਜਿਹੜਾ ਜਦੋਂ 1 ਸਾਲ ਇਸ ਹੋ ਗਿਆ ਜਿੱਦਣ ਇਹ ਬਿੱਲ ਰਾਜ ਸਭਾ ਤੇ ਲੋਕ ਸਭਾ 'ਚ ਲਿਆਂਦੇ ਗਏ, ਤੇ ਮੈਨੂੰ ਜਿੱਥੋਂ ਤੱਕ ਯਾਦ ਹੈ ਕਿ 3-4 ਦਿਨਾਂ ਦੇ ਅੰਦਰ ਹੀ ਉਹ ਕਾਨੂੰਨ ਬਣਾ ਦਿੱਤੇ ਗਏ। ਸੁਖਵਿੰਦਰ, ਸਾਨੂੰ ਇਹ ਮੁਲੰਕਣ ਕਰ ਲੈਣਾ ਚਾਹੀਦਾ ਔਰ ਦੁਬਾਰਾ ਸੋਚ ਲੈਣਾ ਚਾਹੀਦਾ ਕਿ ਐਡੀ ਵੱਡੀ ਲੜਾਈ ਜਿਹੜੀ ਸਿਰਫ ਸਰਕਾਰਾਂ ਨਾਲ ਨਹੀਂ, ਮੋਦੀ, ਅਮਿਤ ਸ਼ਾਹ, ਬੀਜੇਪੀ ਜਾਂ ਇਹਨਾਂ ਦੇ ਹੋਰ ਸਾਰੇ ਜਿੰਨੇ ਪੈਰੋਕਾਰ ਹੈ, ਇਹ ਉਹਨਾਂ ਜਿਹੜੇ ਵੱਡੇ ਕਾਰਪੋਰੇਟ ਆ ਵਿਦੇਸ਼ੀ ਔਰ ਸਾਡੇ ਆਪਣੇ ਦੇਸੀਆਂ ਦੀਆਂ ਬਾਹਰ ਬੜੀਆਂ ਜੜ੍ਹਾਂ ਹੈਗੀਆਂ, ਇਹ ਵੀ ਵਿਦੇਸ਼ੀ ਹੈਗੇ ਆ, ਅੱਧੇ ਇੱਥੇ ਦੇ ਅੱਧੇ ਬਾਹਰ ਦੇ ਆ, ਇਹਨਾਂ ਦੇ ਵੀ ਬਾਹਰ ਬਹੁਤ ਸਰਮਾਇਆ। ਇਹ ਸਾਰੇ ਮਿਲ ਕੇ ਕਿਸਾਨਾਂ ਦੇ ਉੱਤੇ ਧਾਵਾ ਬੋਲਣਾ ਚਾਹੁੰਦੇ ਆ। ਬੋਲ ਦਿੱਤਾ ਇਹਨੇ ਵੀ, ਕਿਸਾਨਾਂ ਨੇ ਤੇ ਆਪਣੇ ਡੰਡੇ ਚੱਕ ਲਏ, ਟਰੈਕਟਰਾਂ ਤੇ ਪਹੁੰਚ ਗਏ, ਪਰ ਬਾਕੀ ਸਾਰੀ ਜਗ੍ਹਾ ਦੇਖੋ ਉਹਨਾਂ ਨੇ ਖਦੇੜਨਾ ਸ਼ੁਰੂ ਕਰ ਦਿੱਤਾ। ਟੈਲੀਕਾਮ ਦੇ ਵਿੱਚ ਕਹਿੰਦੇ 4 ਸਾਲ ਤੁਸੀਂ ਕਰਜ਼ਾ ਕੋਈ ਨਾ ਵਾਪਸ ਕਰੋ, 100% FDI ਬਾਹਰ ਲਿਆਉਣ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਓ, ਆ ਕੇ ਸਾਡੇ ਟੈਲੀਕਾਮ ਦੇ ਉੱਤੇ ਕਬਜ਼ਾ ਕਰੋ। ਹੋਰਨਾਂ ਪਬਲਿਕ ਸੈਕਟਰ ਨੂੰ ਵੀ ਉਹਨਾਂ ਨੇ ਸਾਰਿਆਂ ਨੇ ਵੇਚਣਾ ਸ਼ੁਰੂ ਕਰਤਾ। ਤੇ ਕਾਰਪੋਰੇਟਾਂ ਲਈ ਇੰਡੀਅਨ ਜਿਹੜਾ 에ਅਰ ਇੰਡੀਆ ਆ, ਉਹਨਾਂ ਦਾ ਵੀ ਤੁਸੀਂ ਦੇਖ ਲਓ, ਉਹਨਾਂ ਦਾ 26,000 ਕਰੋੜ ਰੁਪਏ ਦਾ ਕੁਛ ਉਹਨਾਂ ਨੂੰ ਕਰਕੇ ਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਸਾਰਾ। ਉਹ ਬੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਪੂਰੇ ਦਾ ਪੂਰਾ ਵੇਚ ਦੇਣਾ। ਤੇ ਬਾਹਰਲਿਆਂ ਨੂੰ ਕਿਹਾ ਕਿ ਤੁਸੀਂ ਜੇ ਕਬਜ਼ਾ ਕਰਨਾ ਤੇ ਤੁਸੀਂ ਵੀ ਆ ਕੇ ਸਾਡੇ ਦੇਸ਼ ਦੇ ਵਿੱਚ ਸਾਡੀ ਅਰਥ ਵਿਵਸਥਾ ਤੇ ਜਿੰਨਾ ਵੀ ਕਬਜ਼ਾ ਕਰ ਸਕਦੇ ਆ ਕਰ ਲਓ। ਇਹ ਜਨਰਲ ਜਦੋਂ ਅਸੀਂ ਸਾਰਾ ਸੀਨ ਦੇਖ ਰਹੇ ਹਾਂ ਸੁਖਵਿੰਦਰ, ਤੇ ਉਹਨੂੰ ਖੇਤੀ ਨੂੰ ਵੀ ਉਸੇ 'ਚ ਲਿਆਉਣਾ ਚਾਹੁੰਦੇ ਆ। ਇਹ ਚੰਗੀ ਗੱਲ ਇਹ ਹੋਈ ਆ ਕਿ ਕਿਸਾਨ ਕੁਝ, ਕਿਉਂਕਿ ਸਾਹ ਉਹਨਾਂ ਦਾ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਗਰੀਬਾਂ ਬਾਕੀਆਂ ਦਾ, ਦਲਿਤਾਂ ਦਾ, ਔਰਤਾਂ ਦਾ ਜਾਂ ਆਦੀਵਾਸੀਆਂ ਦਾ। ਉਹ ਐਡੀ ਵੱਡੀ ਮੂਵਮੈਂਟ ਐਡੇ ਲੰਬੇ ਦੇਰ ਤੱਕ ਜੀ ਨਹੀਂ ਸਕਦੇ, ਭੁੱਖੇ ਮਰ ਜਾਣਗੇ, ਉਹਨਾਂ ਕੋਲ ਸਾਧਨ ਹੀ ਨਹੀਂ ਹੈ। ਉਹਨਾਂ ਸਵੇਰੇ ਕਮਾਉਣਾ, ਸ਼ਾਮ ਨੂੰ ਖਾਣਾ, ਹੈ ਨਾ। ਇਸ ਲਈ ਇਹ ਤੇ ਇੱਕ ਰਜਿਸਟੈਂਸ ਸਾਰੀ ਬਣ ਗਈ ਆ ਤਕੜੇ ਤੌਰ ਤੇ। ਇਸ ਦੇ ਜਦ 1 ਸਾਲ ਹੋ ਗਿਆ ਤੇ ਆਪਾਂ ਸਭ ਕੇ ਸਿੱਖੀਏ ਕਿ ਇਸ ਮੂਵਮੈਂਟ ਨੂੰ ਜਿੱਥੇ ਅਸੀਂ ਕਾਮਯਾਬ ਕਰਨਾ, ਤਿੰਨੇ ਕਾਲੇ ਕਾਨੂੰਨ ਜਿਹੜੇ ਉਹ ਵਾਪਸ ਕਰਵਾ ਕੇ ਆਪਾਂ ਜਿੱਤ ਦੇ ਡੰਕੇ ਵਜਾਉਣੇ ਆ। ਉੱਥੇ ਇਸ ਸਰਕਾਰ ਦਾ ਜਿਹੜੀ ਕਿ ਕਾਰਪੋਰੇਟਾਂ ਦੀ ਜੇਬ 'ਚ ਪਈ ਹੋਈ ਆ, ਉਹ ਜਿਵੇਂ ਕਹਿੰਦੇ ਇਹ ਉਹਨਾਂ ਦੇ ਕਲਰਕ ਹੈਗੇ, ਉਹਨਾਂ ਦੇ ਪਿਆਦੇ ਹੈਗੇ, ਉਹਨਾਂ ਦੇ ਤੁਸੀਂ ਕਹਿ ਲਓ ਜਿਹੜੇ ਬਾਹਰ ਦਰਬਾਰੀ ਹੁੰਦੇ ਆ, ਉਹ ਅਸਲੀ ਰਾਜ ਉਹ ਕਰ ਰਹੇ, ਉਹ ਪਿੱਛੇ ਬੈਠੇ ਆ ਔਰ ਇਹ ਉਹਨਾਂ ਨੂੰ ਕਰਵਾ ਰਹੇ ਆ। ਬੈਂਕਾਂ ਦਾ ਇਸੇ ਤਰੀਕੇ ਨਾਲ ਕਿੱਥੇ ਪ੍ਰਾਈਵੇਟ ਬੈਂਕਾਂ ਜਿਹੜੀਆਂ ਆ ਉਹ ਇੰਦਰਾ ਗਾਂਧੀ ਨੇ ਉਦੋਂ ਨੈਸ਼ਨਲਾਈਜ਼ ਕੀਤੀਆਂ ਸੀ, ਇਹ ਉਹਦੇ ਉਲਟਾ ਹੁਣ ਉਹਨਾਂ ਨੂੰ ਪ੍ਰਾਈਵੇਟ ਬੈਂਕਾਂ ਵੀ ਉਹਨਾਂ ਦੇ ਹੱਥ ਫੜਾ ਰਹੇ ਤਾਂ ਕਿ ਕਰਜ਼ਾ ਲੈਣ ਲਈ ਆਪ ਹੀ ਕਰਜ਼ਾ ਇਕੱਠਾ ਕਰ ਲੈਣ, ਆਪ ਹੀ ਲੋਕਾਂ ਦਾ ਪੈਸਾ ਇਕੱਠਾ ਕਰ ਲੈਣ, ਆਪ ਹੀ ਖਰਚ ਲੈਣ, ਆਪ ਹੀ ਕਹਿ ਦੇਣ ਕਿ ਅਸੀਂ ਬੈਂਕਰਪਟ ਹੋ ਗਏ ਹਾਂ। ਇਸ ਕਿਸਮ ਦਾ ਦੇਸ਼ ਦੇ ਅੰਦਰ ਇੱਕ ਮਾਹੌਲ ਬਣ ਗਿਆ ਜਿੱਥੇ ਸਾਨੂੰ ਖੇਤੀ ਬਚਾਓ ਔਰ ਦੇਸ਼ ਬਚਾਓ ਔਰ ਇਹ ਸਨ ਆਫ ਦਾ ਸੋਇਲ ਜਿਹਨੂੰ ਕਹਿੰਦੇ ਆ ਕਿ ਅੰਨਦਾਤੇ ਨੂੰ ਬਚਾਓ, ਇਹ ਸਾਡਾ ਸਾਰਾ ਨਾਰਾ ਹੋਣਾ ਚਾਹੀਦਾ। ਪਰ ਲਾਰਜਰ ਇਸ਼ੂਜ਼ ਨੂੰ ਜਿੱਥੇ ਸਾਨੂੰ ਚਾਰੇ ਪਾਸਿਓਂ ਘੇਰਿਆ ਜਾ ਰਿਹਾ, ਜਿੱਥੇ ਗਰੀਬਾਂ ਨੂੰ, ਹੋਰਨਾਂ ਨੂੰ, ਆਮ ਲੋਕਾਂ ਨੂੰ ਨੌਕਰੀਆਂ ਮਿਲਣੀਆਂ, ਉਹ ਸਾਰਾ ਪ੍ਰਾਈਵੇਟ ਲੋਕਾਂ ਦੇ ਹੱਥ 'ਚ ਸਾਰੇ ਸੰਸਾਧਨ ਫੜਾਏ ਜਾ ਰਹੇ ਆ ਸੁਖਵਿੰਦਰ। ਇਹ ਸਾਰੇ ਦਾ ਸਾਰਾ ਜਿਹੜਾ ਸਾਡਾ ਵੀ ਸਾਨੂੰ ਦੇਖਣ ਦੀ ਲੋੜ ਹੈਗੀ ਹੈ, ਇਹਦਾ ਰਿਜ਼ੋਲਵ ਕਰਨ ਦੀ ਲੋੜ ਹੈਗੀ ਹੈ। ਕੁਝ ਖਬਰਾਂ ਜਿਹੜੀਆਂ ਆ ਰਹੀਆਂ ਚੰਗੀਆਂ ਖਬਰਾਂ ਵੀ ਹੈ ਕਿ ਹੋ ਸਕਦਾ 1 ਅੱਧੇ ਮਹੀਨੇ ਦੇ ਅੰਦਰ ਕੋਈ ਨਾ ਕੋਈ, ਜਾਣੀ ਅਗਲੇ ਮਹੀਨੇ ਦੇ ਅੰਦਰ ਕਿਸੇ ਕਿਸਮ ਦਾ ਕੋਈ ਹੱਲ ਨਿਕਲ ਆਵੇ। ਮੋਦੀ ਨੂੰ ਵੀ ਇਹ ਪਤਾ ਲੱਗ ਗਿਆ, ਖਬਰ ਹੋ ਗਈ ਕਿ 5 ਸੂਬਿਆਂ 'ਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਦਸੰਬਰ 'ਚ ਬਿਗਲ ਵੱਜ ਜਾਣਾ, ਉਦੋਂ ਲੱਗਦਾ ਕਿ ਕੋਡ ਆਫ ਕੰਡਕਟ ਲੱਗ ਜੂਗਾ, ਅਨਾਉਂਸਮੈਂਟ ਹੋ ਜੂਗੀ। ਤਾਂ ਉਦੋਂ ਪਹਿਲਾਂ ਤੁਸੀਂ ਇਹ ਸਾਰੀ ਚੀਜ਼ ਨੂੰ ਜੇ ਨਹੀਂ ਸਾਂਭਿਆ ਤੇ ਕੀਮਤ ਵੱਡੀ ਉਤਾਰਨੀ ਪੈ ਸਕਦੀ ਹੈ, ਖਾਸ ਕਰ ਯੂਪੀ ਦੇ ਵਿੱਚ।
हिमाचल दे विच भी पहलां ही किसान जिहड़े आ गए सामने मैदान 'ਚ नितर आया। उत्तराखंड के किसान तो पहलां ही उत्थे बैठे, गाजीपुर दे विच, यूपी दे बैठे आ, ईस्टर्न यूपी जिथे पहलां घट असर सी उस मूवमेंट का वड्डा असर जा रहा। ते 27 तरीक नूं जिहड़ा पूरे देश 'ਚ बंद होना, उतों पता लग जूगा कि मोदी कित्थे खड़ा ते किसान कित्थे कित्थे तूती इन्हां दी देश के अंदर बोलदी है। कुल मिला के मेरा ये सोचना हैगा कि जिथे इस मूवमेंट ने एक नवा इतिहास रचिया, ਉਹਦੀ जिथे एनिवर्सरी जिहड़ी वरेगंढ तुसीं कह लो, ये काली इतिहास की शुरुआत की, ते जिथे किसानां ने पैरल उस दे जवाब दे विच एक युद्ध रचिया। और ये दोवें चीज़ां जिहड़ियां साडे सामने हैगियां, और इस नूं आपां 1 साल एडी लगातार रजिस्टेंस कीती है सारे समुचे देश के किसानां ने, बड़ियां वड्डियां कुर्बानियां कीतियां आ, और सारी जगह एक किस्म का चक्का जाम वांगू कीता। पंजाब दे विच ते बिल्कुल हैगा, जे तो कैप्टन कई बारी काफ़ी परेशान ते औखा भी हुंदा आ। सुखविंदर, इस दे उत्ते सानूं शिक्षा ये मिलदी हैगी आ कि आपां देश नूं जे बचाउणा ते देश नूं इकट्ठे रखना, और देश दे विच संविधान नूं बचाउणा, देश दे विच जे लोकतंत्र नूं बचाउणा, देश दे विच जे सेनर वायस जिहड़ियां सच्चियां सुच्चियां ईमानदार आवाज़ां आ उन्हां नूं जीवित रखना, ते किसानां वांगू किसानां दे नाल रल के उन्हां दी आवाज़ विच आवाज़, उन्हां दी युद्ध दे विच उन्हां दे बाहू बल बन के सानूं चलना पऊगा। ये सारियां जमहूरी ताकतां नूं एक ब्रॉड प्लेटफार्म बन के इकट्ठे होना पऊगा। होया भावें किसानी तो शुरू आ, पर जिहड़ा वड्डे खतरे मंडला रहे आ कि देश दे अंदर एक खास किस्म दे फाशीवाद दी रचना रची जा रही है। वो तुसीं जिहड़े बाकी दे हर्षमंदर दे नां लए, सोनू सूद दे नां लए, ये साफ ज़ाहिर है कि इन्हां दे अंदर पहली मनां दे अंदर ज़ाहिर ही नहीं, बाकी जिन्नियां भी हक हकूक दीयां आवाज़ां, भावें वो मूवमेंट्स होण, भावें वो कुछ शख्सियतां होण तकड़ियां जिहड़ियां लोकतंत्र एक ढांचे दे विच पूर्ण विश्वास रखदियां और उन्हां दे लई लड़ना चाहुंदियां, उन्हां नूं कुचल देण दा ये सरकार वल्लों, मोदी सरकार वल्लों किन्ने ਵੱਡੇ ਹਮਲੇ ਕੀਤੇ ਜਾ ਰਹੇ ਆ। ਇਹ ਸਾਰਿਆਂ ਦਾ ਜਵਾਬ ਇੱਥੇ ਇਹੀ ਹੈ ਸੁਖਵਿੰਦਰ, ਕਿ ਆਪਾਂ ਸਾਰੀਆਂ ਜਿਹੜੀਆਂ ਸੀਨੀਅਰ ਵਾਇਸ ਜਿਹੜੀਆਂ ਉਹ ਇਕੱਠੀਆਂ ਹੋ ਕੇ ਇੱਕ ਬੁਲੰਦੀ ਦਾ ਲਗਾਤਾਰ ਲੰਮੀ ਲੜਾਈ ਲੜਨ ਲਈ ਆਪਣੀ ਤਿਆਰੀ ਰੱਖੀ ਹੈ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ ਬਿਲਕੁਲ, ਜਿਸ ਤਰੀਕੇ ਨਾਲ 1 ਸਾਲ ਦੇ ਵਿੱਚ ਪ੍ਰੋਫੈਸਰ ਸਾਹਿਬ ਅਸੀਂ ਦੇਖਿਆ ਕਿ ਲਗਾਤਾਰ ਅੰਦੋਲਨ ਜਿਹੜਾ ਆ ਉਹ ਕਈਆਂ ਨੂੰ ਬੇਨਕਾਬ ਵੀ ਕਰਦਾ ਰਿਹਾ, ਕਈਆਂ ਨੂੰ ਬੇਪਰਦ ਵੀ ਕਰਦਾ ਰਿਹਾ। ਸਿਆਸੀ ਕਿੱਦਾਂ ਦੇਖਦੇ ਉਹਦੇ ਵਿੱਚ ਦਖਲਅੰਦਾਜ਼ੀ ਕਹਿ ਲਓ ਕਿ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀਆਂ, ਇਲਜ਼ਾਮ ਤਰਾਸ਼ੀਆਂ, ਅਕਾਲੀ ਦਲ ਵਾਲੇ ਕਹਿੰਦੇ ਸਾਰਾ ਕੁਝ ਕੀਤਾ ਕਰਾਇਆ ਕਾਂਗਰਸ ਨੇ ਆਪਣੇ ਟਾਈਮ 'ਚ ਮਨਮੋਹਨ ਸਿੰਘ ਹੋਰਾਂ ਦੇ ਰਾਜ 'ਚ ਕਰ ਦਿੱਤਾ ਸੀ। ਆ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਗਏ ਆਪਣੇ ਪ੍ਰਧਾਨਗੀ ਲੈਣ ਤੋਂ ਬਾਅਦ, ਆ ਹੁਣ ਜਿਹੜੀ ਕੱਲ ਪਰਸੋਂ ਕੀਤੀ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਰਾ ਕੁਝ ਬਾਦਲਾਂ ਦਾ ਕੀਤਾ ਕਰਾਇਆ ਆ, ਜਦ ਕਿ ਅੰਦਰੋਂ ਲੋਕ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਉਦੋਂ ਉਹਨਾਂ ਦੇ ਨਾਲ ਸੀ, ਭਾਜਪਾ ਦੇ ਵਿੱਚ ਹੁੰਦੇ ਸੀ, ਤੁਸੀਂ ਉਦੋਂ ਵਿਰੋਧ ਕਿਉਂ ਨਹੀਂ ਕੀਤਾ। ਇਹ ਸਾਰੀ ਬਲੇਮ ਗੇਮਿੰਗ ਨੂੰ ਆਮ ਆਦਮੀ ਪਾਰਟੀ ਵੱਲ ਨਜ਼ਰ ਮਾਰਦੇ ਆ, ਉਹਨਾਂ ਉੱਤੇ ਵੀ ਇਲਜ਼ਾਮ ਲੱਗਦੇ ਨੇ ਕਿ ਉਹ ਤਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਜ਼ਰ ਆਏ ਸੀ। ਕੇਜਰੀਵਾਲ ਸਾਹਿਬ ਬਾਅਦ ਦੇ ਵਿੱਚ ਜੋ ਕੁਝ ਕੀਤਾ ਉਹ ਤਾਂ ਸਭ ਦੇ ਸਾਹਮਣੇ ਹੀ ਹੈ ਕਿ ਦਿੱਲੀ ਵਿਧਾਨ ਸਭਾ 'ਚ ਮਤਾ ਪਾ ਕੇ ਰੱਦ ਕਰ ਦਿੱਤਾ ਗਿਆ, ਪਰ ਇੱਕ ਵਾਰ ਤਾਂ ਸਾਰਿਆਂ ਦੀ ਬਿੱਲੀ ਥੈਲਿਓ ਬਾਹਰ ਹੁੰਦੀ ਲਿਖੀ। ਇਹਦੇ ਵਿੱਚ ਮੈਂ ਇਹ ਵੀ ਜੋੜ ਦਿੰਦਾ ਕਿ ਜਿਹੜੀਆਂ ਕੁਝ ਘਟਨਾਵਾਂ ਪਿਛਲੇ ਕੁਝ ਦਿਨਾਂ ਤੋਂ ਜੋੜ ਰਹੀਆਂ ਉਹਨਾਂ ਦਾ ਵੀ ਦੱਸਿਓ ਕਿ ਹਰਿਆਣੇ ਵਾਲੇ ਕੀ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਕਿੱਦਾਂ ਅਸੀਂ ਬਾਹਰ ਕੱਢਣ ਦੇ ਲਈ ਚਾਰਾਜੋਈ ਕਰ ਰਹੇ ਨੇ। ਉਹ ਇਧਰੋਂ ਕੈਪਟਨ ਸਾਹਿਬ ਉਹਨਾਂ ਨੇ ਜਿਹੜਾ ਬਿਆਨ ਦੇ ਦਿੱਤਾ ਕਿ ਪੰਜਾਬ 'ਚ ਬੈਠਿਆਂ ਵਿਕਾਸ ਰੁਕਦਾ ਆ, ਉਧਰਲੇ ਪਾਸੇ ਪੰਜਾਬ 'ਚ ਜਿਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ, ਕਿਤੇ ਟਿਫਨ ਬੰਬ ਮਿਲ ਰਿਹਾ, ਕਿਤੇ ਕੁਝ ਹੋ ਰਿਹਾ, ਸਾਰਾ ਕੁਝ ਮੇਲ ਜਿਹਾ ਖਾਂਦਾ ਨਜ਼ਰ ਆ ਰਿਹਾ ਕਿ ਕਿਤੋਂ ਨਾ ਕਿਤੋਂ ਤਾਂ ਤਾਰ ਕੁੰਡੀ ਖੜਕ ਰਹੀ ਆ ਕਿਸਾਨਾਂ ਨੂੰ ਇੱਧਰ ਉੱਧਰ ਕਰਨ ਲਈ। ਇਹ ਠੀਕ ਹੈ ਗੱਲ। ਪਾਰਟੀਆਂ, ਮੈਂ ਕਾਂਗਰਸ ਦਾ ਤੇ ਬੀਜੇਪੀ ਦਾ 19-21 ਦਾ ਫਰਕ ਜਾਣਦਾ, ਜਿੱਥੋਂ ਤੱਕ ਇਹੋ ਜਿਹੇ ਕਾਨੂੰਨ ਲਿਆਉਣ ਦਾ ਜਾਂ ਲਾਗੂ ਕਰਨ ਦਾ ਮਾਮਲਾ ਹੈਗਾ। ਇੰਨਾ ਹੀ ਆ ਕਿ ਉਹ ਚਾਹੁੰਦੇ ਤੇ ਕਾਰਪੋਰੇਟਾਂ ਨੂੰ ਹਰ ਜਗ੍ਹਾ ਮਜ਼ਬੂਤ ਕਰਨਾ ਕਾਂਗਰਸ ਵੀ ਚਾਹੁੰਦੀ ਹੈਗੀ। ਉਹੋ ਹੀ ਉਹਨਾਂ ਨੇ ਨਿੱਜੀਕਰਨ ਦਾ ਬੜੀ ਵੱਡੇ ਪੱਧਰ ਤੇ ਪਿਛਲੇ 30 ਸਾਲ ਦਾ ਜਿਹੜਾ ਚੱਲਦਾ ਆ ਰਿਹਾ, ਉਹਦੇ ਹੀ परिणाम निकलिया कि मोदी जी ने वड्डे पद्धर से उसनूं शुरू कर दिता, नंगे धड़ करता, बड़ी स्पीड ना करता, ये कोई दो राय नहीं है। ये आपस में जिन्होंने शैडो बॉक्सिंग कहते हैं, नूरा कुश्ती कहते हैं, जिन्ना मर्जी करी जान, मिली भुगत वाली गल्लां करी जान। असलीयत सारी यही है कि कोई भी किसी नालों घट नहीं हैगा। अकाली दल
ਉਸੇ ਹੀ ਬੀਜੇਪੀ ਦੇ 25 ਸਾਲ ਕੁੱਛੜ ਚੜਿਆ ਰਿਹਾ। ਕਿਹੜੀ ਮਨਸ਼ਾ ਦੇ ਨਾਲ ਚੜੇ ਸੀ ਜੀ? ਕਿਹੜੀ ਦੇਸ਼ ਭਗਤੀ ਸੀ? ਕੀ ਇਹਨਾਂ ਦੇ ਅਸੂਲ ਮਿਲਦੇ ਸੀ? ਕੀ ਇਹਨਾਂ ਦੇ ਪ੍ਰੋਗਰਾਮ ਉਹਨਾਂ ਨਾਲ ਮਿਲਦੇ ਸੀ? ਇਹ ਤੇ ਫੈਡਰਲਿਜ਼ਮ ਦੇ ਹੱਕ 'ਚ ਆ। ਉਹ ਫੈਡਰਲਿਜ਼ਮ ਦਾ ਸੰਘੀ ਢਾਂਚੇ ਦੀ ਸੰਘੀ ਕੁੱਟਣਾ ਚਾਹੁੰਦੇ ਆ। ਇਹ ਕਾਹਦੇ ਲਈ ਗਏ ਸੀ? ਸੱਤਾ ਲਈ ਗਏ ਸੀ ਨਾ। ਇਸ ਲਈ ਤੁਸੀਂ ਆਪਾਂ ਕਿਸੇ ਨੂੰ ਵੀ ਇਹਨਾਂ ਦੋਸ਼ਾਂ ਤੋਂ ਮੁਕਤ ਨਹੀਂ ਕਰ ਸਕਦੇ। ਹਾਂ, ਅੱਜ ਜਦੋਂ ਮੂਵਮੈਂਟ ਉੱਠੀ ਹੈ, ਫਾਰਮਰ ਉੱਠ ਕੇ, ਸਾਡੇ ਕਿਸਾਨ ਉੱਠ ਕੇ ਐਨ ਝੰਡੇ ਬੁੰਗੇ ਲੈ ਕੇ ਬੁਲੰਦ ਆਵਾਜ਼ ਦੇ ਵਿੱਚ ਵੱਡੀ ਮੂਵਮੈਂਟ ਖੜੀ ਕਰਤੀ ਹੈ। ਤੇ ਇਹਨਾਂ ਦੀ ਅਕਾਲੀਆਂ ਦੀ ਇੱਕ ਮਜਬੂਰੀ ਹੋਈ, ਆਪਾਂ ਸਾਰੇ ਜਾਣਦੇ ਹਾਂ। ਮਜਬੂਰੀ ਬਸ ਛੱਡਿਆ, ਚੰਗਾ ਛੱਡਿਆ। ਪਹਿਲਾਂ ਛੱਡ ਦਿੰਦੇ ਹੋਰ ਵੀ ਚੰਗਾ ਹੁੰਦਾ, ਨਾ ਜਾਂਦੇ ਬਿਲਕੁਲ ਹੀ ਉਹਨਾਂ ਨਾਲ ਤੇ ਬਿਲਕੁਲ ਹੀ ਚੰਗਾ ਹੁੰਦਾ। ਇਹ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ, ਪੰਜਾਬੀਅਤ ਨੂੰ ਬਚਾਉਣ ਦੀ ਗੱਲ ਕਰਦੇ, ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਗੱਲ ਕਰਦੇ, ਪੰਜਾਬੀ ਇਤਿਹਾਸ ਤੇ ਮਾਣ ਕਰਦੇ। ਉਹ ਚੀਜ਼ਾਂ ਸਾਰੀਆਂ ਇੱਕ ਪਾਸੇ ਰੱਖ ਕੇ ਸੱਤਾ ਦੀ ਜਿਹੜੀ ਨਸ਼ਾ ਸੀਗਾ ਉਹਦੇ 'ਚ ਜ਼ਿਆਦਾ ਥੋੜਾ ਇਹਨਾਂ ਨੂੰ ਨਸ਼ਾ ਆਉਣ ਲੱਗ ਗਿਆ। ਉਧਰ ਨੂੰ ਜ਼ਿਆਦਾ ਐਡਿਕਸ਼ਨ ਹੋ ਗਈ ਸੱਤਾ ਦੇ ਨਸ਼ੇ ਦੀ। ਉਸ ਪਾਸੇ ਨੂੰ ਪੰਜਾਬ ਦੇ ਹਿੱਤ ਨੂੰ ਕੁਰਬਾਨ ਕਰਕੇ ਚਲੇ ਗਏ। ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ। ਇਹ ਜਿਹੜਾ ਤੁਸੀਂ ਕਹਿ ਰਹੇ ਆ ਕਿ ਕੱਲ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ 10 ਪੁਆਇੰਟ ਇਹੋ ਜਿਹੇ ਦੱਸੇ ਜਿਹੜੇ 2013 ਦੇ ਵਿੱਚ ਇਹਨਾਂ ਨੇ ਆਰਡੀਨੈਂਸ ਸੀ ਜਿਹੜਾ ਨੋਟੀਫਾਈ ਨਹੀਂ ਹੋਇਆ, ਪਾਸ ਵੀ ਨਹੀਂ ਹੋਇਆ, ਔਰ ਇਹ ਲੈ ਕੇ ਆਏ ਸੀਗੇ ਕਿ ਆਹ ਕਾਨੂੰਨ, ਤੇ ਉਹ 10 ਨੁਕਤੇ ਲੱਭ ਕੇ ਉਹਨਾਂ ਨੇ ਲਿਆਂਦੇ, ਕੰਟਰੈਕਟ ਫਾਰਮਿੰਗ ਦਾ, MSP ਦਾ, ਹੋਰਨਾਂ ਸਾਰੀਆਂ ਗੱਲਾਂ ਜਿਹੜੀਆਂ ਕਿ ਹੁਣ ਕਾਲੇ ਕਾਨੂੰਨਾਂ 'ਚ ਤੁਹਾਨੂੰ ਦੇਖਣ ਨੂੰ ਮਿਲਦੀਆਂ। ਇਹ ਗੱਲ ਠੀਕ ਹੈ ਕਿ ਉਹਨਾਂ ਦੀ ਮਨਸ਼ਾ ਵੀ ਇਹੋ ਜਿਹੀ ਹੋਊਗੀ, ਕਿਉਂਕਿ ਉਹ ਤੇ ਬੀਜੇਪੀ ਨਾਲ ਰਲੇ ਹੋਏ ਸੀ ਕਿ ਇਹੋ ਜਿਹੀ ਗੱਲ ਕੋਈ ਪੰਜਾਬ ਤੋਂ ਪਾਸ ਹੋ ਜਾਏ, ਕਿਉਂਕਿ ਪੰਜਾਬ ਦੇ ਅੰਦਰ ਹੀ MSP ਦਾ, ਮਿਨੀਮਮ ਸਪੋਰਟ ਪ੍ਰਾਈਸ ਦਾ ਰੌਲਾ ਪੈਂਦਾ। ਇੱਥੇ ਹੀ ਮੰਡੀਆਂ ਨੂੰ, APMC ਨੂੰ ਛੱਡ ਕੇ ਪ੍ਰਾਈਵੇਟ ਮੰਡੀਆਂ ਨੂੰ ਬੋਲਬਾਲੇ ਦੀ ਲੋੜ ਪੈਣੀ ਆ। ਇਸ ਕਰਕੇ ਪਹਿਲਾਂ ਇੱਥੇ ਅਕਾਲੀਆਂ ਰਾਹੀਂ ਕੁਝ ਕਰਵਾ ਲਓ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਹੋਊਗੀ, ਪਰ ਉਹ ਕਦੀ ਸਿਰੇ ਗੱਲ ਨਹੀਂ ਲੱਗੀ। ਇਹ ਗੱਲ ਮੰਨ ਲਈ ਨਹੀਂ। ਪਰ ਕਾਂਗਰਸ ਵੀ ਇਹਦੇ ਤੋਂ ਕਿਤੇ ਮੁਕਤ ਨਹੀਂ ਹੈਗੀ। ਤੁਸੀਂ ਇੱਥੋਂ ਹੀ ਲਾ ਲਓ ਕਿ ਇਹ ਤੇ ਕਾਂਗਰਸ ਨੇ ਜ਼ਰੂਰ ਕੀਤਾ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਨਾਤੇ ਕਿ ਉਹਨਾਂ ਨੇ ਤਿੰਨੇ ਕਾਨੂੰਨਾਂ ਨੂੰ ਤਰਮੀਮਾਂ ਕੀਤੀਆਂ, ਕਿਉਂਕਿ ਕਾਨੂੰਨਨ ਤੌਰ ਤੇ ਉਹ ਅਸੈਂਬਲੀ 'ਚ ਪਾਸ ਕਰਕੇ ਕਾਨੂੰਨ ਦੇ ਤਹਿਤ ਉਹ ਕਰਵਾ ਸਕਦੇ ਸੀਗੇ। ਹੁਣ ਉਹ ਕਹਿੰਦੇ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਅਸੀਂ ਤਿੰਨੇ ਕਾਲੇ ਕਾਨੂੰਨਾਂ ਨੂੰ ਬਿਲਕੁਲ ਰਿਜੈਕਟ ਕਰਾਂਗੇ। ਜਿਵੇਂ ਕਿ ਕੇਜਰੀਵਾਲ ਨੇ ਵੀ ਲਾਸਟਲੀ ਪਹਿਲਾਂ ਪਾੜੇ, ਫਿਰ ਉਹਨੂੰ ਰਿਜੈਕਟ ਕੀਤਾ, ਤੇ ਉਦੋਂ ਪਹਿਲਾਂ ਉਹਨਾਂ ਨੇ ਇੱਕ ਕਾਨੂੰਨ ਨੋਟੀਫਾਈ ਵੀ ਕਰਤਾ ਸੀਗਾ 23 ਨਵੰਬਰ ਨੂੰ, ਇਹ ਕਹਿ ਕੇ ਕਿ ਦੇਖੋ ਜੀ ਜਿਹੜੇ ਕੇਂਦਰ ਦੇ ਕਾਨੂੰਨ ਆ ਉਹ ਤੇ ਲਾਗੂ ਤੇ ਕਰਨੇ ਹੀ ਪੈਣੇ ਆ। ਇਸ ਕਰਕੇ ਮੈਂ ਇਹ ਕਹਿਣਾ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਹੋਵੇ, ਕਾਂਗਰਸ ਦਾ ਤੇ ਮੁੱਦਾ ਹੀ ਇਹ ਹੈ ਨਿੱਜੀਕਰਨ ਕਰਨਾ, ਜਿਹਨੂੰ ਆਧਾਰੀਕਰਨ ਕਰਨਾ, ਪ੍ਰਾਈਵੇਟ ਮਾਰਕੀਟ ਨੂੰ ਉਤਸ਼ਾਹਿਤ ਕਰਨਾ, ਇਹ ਸਾਰਾ ਉਹਨਾਂ ਦਾ ਮੁੱਦਾ ਹੈਗਾ। ਉਹ ਆਹਲੂਵਾਲੀਆ ਤੇ ਮਨਮੋਹਨ ਸਿੰਘ ਲੈ ਕੇ ਆਏ ਆ, ਬੜੇ ਧੜੱਲੇ ਨਾਲ ਉਹਨਾਂ ਨੇ ਇਸ ਨੂੰ ਅੱਗੇ ਕਰਦੇ ਰਹੇ ਆ। ਕੇਜਰੀਵਾਲ ਸਾਹਿਬ ਵੀ ਕੋਈ ਨਵੀਂ ਵਿਕਲਪਿਕ ਜਿਹੜੀ ਕਹਿੰਦੇ ਵਿਵਸਥਾ ਬਦਲਣ ਦੀ ਗੱਲ ਆ, ਅਸੀਂ ਤੇ ਬਿਲਕੁਲ ਅਲੱਗ ਕਿਸਮ ਦਾ ਤੁਹਾਨੂੰ ਰਾਜ ਦਿਆਂਗੇ, ਉਹੋ ਜਿਹੀ ਚੀਜ਼ ਤੁਹਾਨੂੰ ਨਜ਼ਰ ਨਹੀਂ ਆਉਂਦੀ। ਜੇ ਇਹ ਇਸ ਤਰ੍ਹਾਂ ਹੁੰਦਾ ਤੇ ਘੱਟੋ ਘੱਟ ਉਹ ਕਿਸਾਨਾਂ ਨਾਲ ਖੜਾ ਹੋ ਕੇ ਵੱਡੇ ਮੁਜ਼ਾਹਰੇ ਕਰਦੇ। ਹੁਣ ਅੱਜ ਤੁਹਾਨੂੰ ਪਤਾ ਕਿ ਦਿੱਲੀ ਦੀ ਸਰਕਾਰ ਨੇ ਜਦੋਂ ਅਕਾਲੀ ਉੱਥੇ ਮਾਰਚ ਕੱਢਣ ਜਾ ਰਹੇ ਆ, ਸੀਸਗੰਜ ਜਾਂ ਰਕਾਬਗੰਜ, ਮੈਨੂੰ ਪੱਕਾ ਪਤਾ ਨਹੀਂ, ਉੱਥੇ ਗੁਰਦੁਆਰਾ ਸਾਹਿਬ ਤੋਂ ਉਹ ਪਾਰਲੀਮੈਂਟ ਸਟਰੀਟ ਤੱਕ ਜਾਣਗੇ। ਉਥੋਂ ਉਹ ਜਿਹੜਾ ਮਾਰਚ ਕੱਢਣਾ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ, ਜਾਂ ਦਿੱਲੀ ਕਹਿੰਦੇ, ਸਾਨੂੰ ਜੋ ਪਤਾ ਲੱਗਾ ਕਿ ਉਹ ਕਹਿ ਰਹੇ ਕਿ ਦਿੱਲੀ ਗਵਰਨਮੈਂਟ ਨੇ ਇਜਾਜ਼ਤ ਨਹੀਂ ਦਿੱਤੀ। ਹੁਣ ਕੇਂਦਰੀ ਨੇ ਨਹੀਂ ਦਿੱਤੀ, ਦਿੱਲੀ ਨੇ ਨਹੀਂ ਦਿੱਤੀ। ਜੇ ਦਿੱਲੀ ਗਵਰਨਮੈਂਟ ਬਾਹਰ ਵੀ ਹੈ ਇਜਾਜ਼ਤ ਤੋਂ, ਘੱਟੋ ਘੱਟ ਉਹਨਾਂ ਨੂੰ ਕਹਿਣਾ ਚਾਹੀਦਾ ਤੁਸੀਂ ਇੱਥੇ ਆ ਜਾਓ, ਆਹ 50,000 ਬੰਦੇ ਸਾਡੇ ਤੁਹਾਡੇ ਨਾਲ ਸਾਥ ਦੇਣਗੇ, ਪਤਾ ਲੱਗੇ ਨਾ ਵੀ ਅਸੀਂ ਕਿੱਥੇ ਖੜੇ ਆ। ਕਰਨਾ ਤੇ ਕੁਛ ਹੈ ਨਹੀਂ, ਨੰਬਰ ਪੂਰੇ ਬਣਾਉਣੇ ਆਪੋ ਆਪਣੇ। ਮੈਨੂੰ ਲੱਗਦਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ, ਭਾਵੇਂ ਕੇਜਰੀਵਾਲ ਦੀ ਪਾਰਟੀ ਹੋਵੇ, ਭਾਵੇਂ ਅਕਾਲੀ ਦਲ ਜਿਹੜਾ ਕਿ 25 ਸਾਲ 9 ਮਾਸ ਦੇ ਰਿਸ਼ਤੇ ਨਾਲ ਇਸੇ ਹੀ ਬੀਜੇਪੀ 'ਚ ਵੜਿਆ ਰਿਹਾ, ਹੁਣ ਉਹ ਪਾਣੀ ਪੀ ਪੀ ਕੋਸਦੇ ਆ ਉਹਨਾਂ ਨੂੰ, ਤੇ ਕੇਂਦਰੀ ਜਿਹੜੀ ਆਪਣੀ ਸਰਕਾਰ ਹੈਗੀ ਆ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, ਇਹ ਸਾਰੇ ਇਹਨਾਂ ਨੂੰ ਕੋਈ ਬਹੁਤੀ ਢਿੱਡ ਦੇ ਵਿੱਚ ਆਪਣੇ ਇਸ ਗੱਲ ਦੀ ਦਰਦ ਨਹੀਂ ਹੈਗੀ ਕਿ ਕਿਸਾਨਾਂ ਦਾ ਕੀ ਬਣੂਗਾ। ਉਹਨਾਂ ਨੂੰ ਜੇ ਕੋਈ ਕਹਿ ਰਹੇ ਆ ਉਹਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰ ਰਿਹਾ, ਜਿਹੜਾ ਵੀ ਉਹ ਇਸ ਗੱਲ ਹੀ ਮਾਰ ਰਿਹਾ ਕਿ ਵੋਟਾਂ ਵੱਡੇ ਪੱਧਰ ਤੇ ਉਹਨਾਂ ਦੇ ਕੋਲ ਆ, ਤੇ ਵੋਟਾਂ ਤੋਂ ਬਗੈਰ ਸੱਤਾ 'ਚ ਆਇਆ ਨਹੀਂ ਜਾ ਸਕਦਾ, ਤੇ ਵੋਟਾਂ ਪੈਣੀਆਂ ਵੀ ਛੇਤੀਆਂ। ਇਸ ਲਈ ਕੋਈ ਨਾ ਕੋਈ ਇਹੋ ਜਿਹੀਆਂ ਚਾਲਾਂ
ਜ਼ਰੂਰ ਤੇ ਬੋਲੀ ਤੇ ਸੁਰਾਂ ਕੱਢੀਆਂ ਜਾਣ, ਜਿਹਦੇ ਨਾਲ ਕਿਸਾਨਾਂ ਨੂੰ ਉਹ ਆਪਣੇ ਤੇ ਦੂਰ ਨਾ ਲੈ ਜਾਣ। ਘੱਟੋ ਘੱਟ ਜੇ ਹੱਕ 'ਚ ਨਹੀਂ ਭੁਗਤਾ ਸਕਦੇ ਤਾਂ ਉਹਨਾਂ ਨੂੰ ਵਿਰੋਧ 'ਚ ਆਪਣੇ ਨਾ ਖੜੇ ਕਰ ਲੈਣ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ ਪ੍ਰੋਫੈਸਰ ਸਾਹਿਬ, ਇਹ ਪਿਛਲੇ 1 ਸਾਲ ਜਦੋਂ ਦੇ ਖੇਤੀ ਕਾਨੂੰਨ ਪਾਸ ਹੋਏ, ਉਦੋਂ ਤੋਂ ਸਿਆਸੀ ਤੌਰ ਦੇ ਉੱਤੇ ਕਿਸਾਨਾਂ ਨੇ ਬੜੇ ਹਮਲੇ ਝੱਲੇ, ਕੁਦਰਤੀ ਤੌਰ ਦੇ ਉੱਤੇ ਵੀ ਜੋ ਕੁਝ ਮਾਰ ਪਈ, ਮੀਂਹ ਦੀ ਮਾਰ ਪੈ ਗਈ, ਕਦੇ ਝੱਖੜ ਹਨੇਰੀਆਂ ਦੀ ਮਾਰ ਪੈ ਗਈ ਤੇ ਕਦੇ ਗਰਮੀ ਧੁੱਪ ਦੀ ਮਾਰ ਪੈ ਗਈ, ਸਾਰਾ ਕੁਝ ਝੱਲਿਆ। ਇਹਦੇ ਵਿੱਚ ਲਗਾਤਾਰ ਸਵਾਲ ਕਿਸਾਨਾਂ ਦੇ ਉੱਤੇ, ਕਿਸਾਨ ਆਗੂਆਂ ਦੇ ਉੱਤੇ, ਰਾਜੇਵਾਲ ਸਾਹਿਬ ਤੋਂ, ਟਕੈਤ ਸਾਹਿਬ ਤੋਂ ਅਕਸਰ ਹੁੰਦੇ ਨੇ ਕਿ ਤੁਸੀਂ ਸਿਆਸੀ ਪੈਂਤੜਾ ਕਿਉਂ ਨਹੀਂ ਲੈਂਦੇ, ਤੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਚੰਗੇ ਬੰਦਿਆਂ ਨੂੰ ਆਪੇ ਲੋਕ ਅੱਗੇ ਲੈ ਆਉਣਗੇ, ਤੁਸੀਂ ਅੱਗੇ ਅੱਗੇ ਦੇਖਿਓ ਕਿਵੇਂ ਬਦਲਦਾ ਸਾਰਾ ਕੁਝ। ਟਕੈਤ ਸਾਹਿਬ ਕਹਿ ਦਿੰਦੇ ਨੇ ਕਿ ਕੋਈ ਗੱਲ ਨਹੀਂ, 2024 ਤੱਕ ਸਾਡੇ ਕੋਲ ਇਲਾਜ ਹੈਗਾ, ਇਹਨਾਂ ਦਾ ਅਸੀਂ 2024 ਤੱਕ ਲਿਜਾਵਾਂਗੇ। ਪਰ ਕਿਸਾਨ ਸਿਆਸਤ ਦੇ ਆਪਣੀ ਜਿਹੜੀ ਉਹਨਾਂ ਦੀ ਪੈਂਤੜੇਬਾਜ਼ੀ ਹੈ, ਉਸ ਸਵਾਲ ਤੋਂ ਕਿਤੇ ਨਾ ਕਿਤੇ ਕਿਨਾਰਾ ਕਰਦੇ ਨੇ ਕਿਸਾਨ ਆਗੂ। ਪਰ ਲੋਕਾਂ ਦੇ ਵਿੱਚ ਚਰਚਾ ਇਹ ਹੈ ਕਿ ਹੋਣਾ ਚਾਹੀਦਾ, ਕਿਸਾਨਾਂ ਨੂੰ ਸਿੱਧੇ ਤੌਰ ਤੇ ਆ ਜਾਣਾ ਚਾਹੀਦਾ। ਯੁੱਧ ਚੱਲ ਰਿਹਾ ਤੁਹਾਡਾ ਖੇਤੀ ਕਾਨੂੰਨਾਂ ਨੂੰ ਲੈ ਕੇ, ਉਹ ਨਾਲ ਇਹਨੂੰ ਕਿੱਦਾਂ ਦੇਖਦੇ ਹੋ? 1 ਸਾਲ ਦੇ ਵਿੱਚ ਇਹ ਵੀ ਸਵਾਲ ਲਗਾਤਾਰ ਉੱਭਰਦਾ, ਅੱਜ ਵੀ ਇਹ ਉੱਭਰ ਰਿਹਾ। ਸੁਖਵਿੰਦਰ, ਸਭ ਤੋਂ ਮੁਸ਼ਕਲ ਸਵਾਲ ਇਹੀ ਹੈ। ਇਤਿਹਾਸ ਤੁਹਾਡੇ ਸਾਹਮਣੇ ਜਿੱਥੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ, ਉੱਥੇ ਬਹੁਤ ਸਾਰੇ ਨਵੇਂ ਮਸਲੇ ਖੜੇ ਕਰਦਾ, ਬਹੁਤ ਸਾਰੇ ਨਵੀਆਂ ਚੁਣੌਤੀਆਂ, ਤੁਹਾਨੂੰ ਨਵੀਆਂ ਚੁਣੌਤੀਆਂ ਜਿਹੜੀਆਂ ਪਹਿਲਾਂ ਨਹੀਂ ਹੁੰਦੀਆਂ, ਉਹ ਤੁਹਾਡੇ ਸਾਹਮਣੇ ਖੜੀਆਂ ਕਰਦਾ। ਸਿਆਣਪ ਇਸੇ ਗੱਲ ਦੀ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਸੰਕਟ 'ਚ ਫਸਦੇ ਆ ਜਾਂ ਦੁਬਿਧਾ ਇਤਿਹਾਸ ਤੁਹਾਡੇ ਸਾਹਮਣੇ ਖੜੀ ਕਰਦਾ, ਤਾਂ ਤੁਸੀਂ ਕਿਵੇਂ ਉਦੋਂ ਚੇਤਨ ਬੁੱਧੀ ਦੇ ਨਾਲ ਆਪਣੀ ਰਾਜਨੀਤਿਕ ਸੂਝ-ਬੂਝ ਨੂੰ ਵਰਤਦੇ ਹੋਏ, ਉਹਦੇ 'ਚੋਂ ਬਿਨਾਂ ਮੂਵਮੈਂਟ ਦਾ ਕਿਸੇ ਵੀ ਤਰੀਕੇ ਨਾਲ ਅੰਦੋਲਨ ਦਾ ਨੁਕਸਾਨ ਕੀਤੇ ਹੋਏ, ਭਵਿੱਖ ਨੂੰ, ਲੋਕਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਦੇ ਹੋਏ, ਉਹਨਾਂ ਦੇ ਜਿਹੜੇ ਹਿੱਤ ਆ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋਏ ਫੈਸਲਾ ਲੈਣਾ ਹੁੰਦਾ। ਹੁਣ ਜਦੋਂ ਇੰਨੀਆਂ ਗੱਲਾਂ ਨੂੰ ਤੁਸੀਂ ਸਾਰਿਆਂ ਨੂੰ ਸਾਹਮਣੇ ਕਰਕੇ ਚੱਲਣਾ ਔਖਾ ਹੁੰਦਾ ਹੈ ਕਾਫੀ, ਉਹਦੇ 'ਚ ਗਲਤੀਆਂ ਵੀ ਹੋ ਜਾਂਦੀਆਂ ਕਈ ਵਾਰੀ, ਕੋਈ ਗੱਲ ਨਹੀਂ ਹੈ। ਪਰ ਇਹ ਸਭ ਤੋਂ ਔਖਾ ਸਵਾਲ ਜਿਹੜਾ ਤੁਸੀਂ ਬੜੇ ਆਰਾਮ ਨਾਲ ਕੀਤਾ ਹੈ, ਸਭ ਤੋਂ ਮੁਸ਼ਕਲ ਸਵਾਲ ਇਹੀ ਘੜੀ ਹੈ। ਉਹ 'ਚ ਅਸੀਂ ਵੀ ਲਗਾਤਾਰ ਸੋਚ ਰਹੇ ਹਾਂ, ਕਿਸਾਨ ਜਥੇਬੰਦੀਆਂ ਵੀ ਸੋਚ ਰਹੀਆਂ, ਔਰ ਕਿਸਾਨਾਂ ਦੇ ਪੈਰੋਕਾਰ ਵੀ ਸੋਚ ਰਹੇ। ਮਸਲਾ ਕੀ ਹੈ? ਮਸਲਾ ਇਹ ਹੈ ਕਿ ਪਾਰਟੀਆਂ ਦੇ ਬਹੁਤ ਸਾਰੇ ਪੈਰੋਕਾਰ, ਜੋ ਅਸੀਂ ਲਗਾਤਾਰ ਬੋਲਦੇ ਹਾਂ, ਉਹਨਾਂ ਤੋਂ ਵੀ, ਆਪਣੇ ਤਜਰਬੇ ਤੋਂ ਵੀ ਪ੍ਰਭਾਵਿਤ ਹੋ ਕੇ ਉਹ ਉਹਨਾਂ ਪਾਰਟੀਆਂ ਤੋਂ ਪਰਾਂ ਹਟ ਚੁੱਕੇ ਆ। ਉਹ ਕਹਿੰਦੇ ਇਹਨਾਂ ਤੋਂ ਸਾਨੂੰ ਮਾਫੀ ਮੰਗਦੇ, ਉਹਨਾਂ ਤੋਂ ਕਹਿੰਦੇ ਵੀ ਮਾਫ ਕਰੋ, ਬਹੁਤ ਦੇਖ ਲਿਆ, ਤੁਸੀਂ ਸਾਨੂੰ ਨਹੀਂ ਪੁੱਛਦੇ। 2-4 ਬੰਦੇ ਬੈਠ ਕੇ ਪਾਰਟੀ ਦੇ ਅੰਦਰ ਸਾਰੇ ਫੈਸਲੇ ਕਰ ਲੈਂਦੇ ਆ। ਪਾਰਟੀਆਂ ਦੇ ਅੰਦਰੂਨੀ ਕੋਈ ਜਮਹੂਰੀਅਤ ਹੈ ਨਹੀਂ, ਕਾਡਰ ਦੀ ਕੋਈ ਕਦਰ ਕੀਮਤ ਨਹੀਂ ਰਹੀ, ਜਥੇਦਾਰਾਂ ਦੀ ਜਿਵੇਂ ਅਕਾਲੀਆਂ 'ਚ ਪਹਿਲਾਂ ਕੀਮਤ ਹੁੰਦੀ ਸੀ ਉਹ ਨਹੀਂ ਰਹੀ। ਇਸ ਤਰ੍ਹਾਂ ਹੀ ਕਾਂਗਰਸ ਦੇ ਅੰਦਰ ਵੀ ਇਸੇ ਤਰ੍ਹਾਂ ਹੀ, ਜਿਨ੍ਹਾਂ ਨੂੰ ਵਲੰਟੀਅਰ ਕਹਿੰਦੇ ਆ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਵੀ ਉਹ ਇੱਕ ਜੋਗਿੰਦਰ ਯਾਦਵ ਕਹਿੰਦਾ ਕਿ ਖੱਚਰਾਂ ਵਾਂਗੂ ਭਾਰ ਢੋਣ ਲਈ ਵਰਤਿਆ ਜਾਂਦਾ, ਫਿਰ ਉਹਨਾਂ ਨੂੰ ਪਰਾਂ ਛੱਡਤਾ ਜਾਂਦਾ ਬਾਹਰ ਖੇਤਾਂ ਦੇ ਵਿੱਚ ਜਾਂ ਜੰਗਲ ਦੇ ਵਿੱਚ ਜਾਂ ਰੂੜੀਆਂ ਤੇ ਆਪਣਾ ਜਿਹੜਾ ਮਾਲ ਆ ਉਹ ਸਾਰਾ ਚੁੱਕ ਕੇ ਢੋਣ ਤੋਂ ਬਾਅਦ ਕੇਜਰੀਵਾਲ ਦਿੱਲੀ ਲੈ ਕੇ ਚਲੇ ਜਾਂਦਾ। ਇਹ ਜੋਗਿੰਦਰ ਯਾਦਵ ਦਾ ਕਹਿਣਾ। ਇਹ ਕਾਫੀ ਹੱਦ ਤੱਕ ਠੀਕ ਵੀ ਹੈਗਾ ਕਿ ਕਾਡਰ ਨੂੰ ਖੱਚਰਾਂ ਵਾਂਗੂ ਭਾਰ ਢੋਣ ਲਈ, ਯਾਨੀ ਸਾਰਾ ਕੰਮ ਕਰਾਉਣ ਲਈ ਵਰਤਿਆ ਜਾਂਦਾ। ਮੈਂ ਇਹ ਕਹਿਣਾ ਕਿ ਜਿਹੜੇ ਸਾਰੇ ਬੰਦੇ ਉਥੋਂ ਡਿਸਇਲੂਜ਼ਨਡ ਹੋਏ ਆ, ਉਹਨਾਂ ਨੂੰ ਪਤਾ ਲੱਗ ਗਿਆ, ਉਹ ਸਾਨੂੰ ਲਗਾਤਾਰ ਪ੍ਰੈਸ਼ਰ ਸਾਡੇ ਤੇ ਸਵਾਲ ਕਰਦੇ ਆ ਕਿ ਜਦੋਂ ਐਡਾ ਵੱਡਾ ਮੌਕਾ ਆ ਆਪਾਂ ਨੂੰ, ਤੁਸੀਂ ਇਹ ਤੇ ਗੱਲ ਕਹਿੰਦੇ ਆ ਕਿ ਇਹ ਬੰਦੇ ਜਿਹੜੇ ਆ ਪਾਰਟੀਆਂ, ਇਹ ਤੁਹਾਡੇ ਨਾਲ ਧੋਖਾ ਕਰਦੀਆਂ, ਰਲੀਆਂ ਹੋਈਆਂ, ਬਿੱਲੀ ਨੀਲੀ ਕਿਤੇ ਕਾਰਪੋਰੇਟਾਂ ਨਾਲ ਅੰਦਰ ਖਾਤੇ ਅੱਖ ਮਟੱਕਾ ਰੱਖਦੀਆਂ, ਖੁਦ ਵੀ ਇਹਨਾਂ ਚੋਂ ਕਈ ਕਾਰਪੋਰੇਟ ਵਰਗੇ ਪੋਲੀਟੀਸ਼ੀਅਨ ਹੈਗੇ ਆ, ਤੇ ਇਸ ਲਈ ਉਹਨਾਂ ਦੇ ਹਿੱਤ ਉੱਥੇ ਜ਼ਿਆਦਾ ਹੈ, ਆਮ ਜਨਤਾ ਨਾਲ ਹਿੱਤ ਨਹੀਂ ਹੈ। ਪਰ ਜਦੋਂ ਅਸੀਂ ਇਹ ਗੱਲ ਸਮਝ ਚੁੱਕੇ ਹਾਂ, ਸਾਨੂੰ ਕੋਈ ਰਸਤਾ ਦਿਖਾਓ ਕਿ ਅਸੀਂ ਕਿਹੜੇ ਡੱਬੇ ਦੇ ਵਿੱਚ ਆਪਣੀ ਵੋਟ ਪਾਈਏ, ਅਸੀਂ ਕਿਹੜੀ ਧਿਰ ਦੇ ਉੱਤੇ ਆਪਣੀ ਉਂਗਲੀ ਰੱਖੀਏ। ਚੋਣਾਂ ਤੇ ਆ ਗਈਆਂ, ਘਰੇ ਦੇ ਅਸੀਂ ਰਹਿਣਾ ਨਹੀਂ, ਘਰੇ ਰਵਾਂਗੇ ਤੇ ਜ਼ੀਰੋ ਹੋਵਾਂਗੇ, ਸਾਨੂੰ ਰਸਤਾ ਦਿਖਾਓ। ਇਹ ਸਭ ਤੋਂ ਡਿਫੀਕਲਟ ਸਵਾਲ ਆ। ਪਰ ਜੇ ਇਸ ਨੂੰ ਐਡਰੈਸ ਨਹੀਂ ਕਰਦੇ, ਉਹ ਵੀ ਬੜੀ ਇੱਕ ਪਿੱਠ ਦਿਖਾਉਣ ਵਾਲੀ ਗੱਲ ਆ। ਜੇ ਤੁਸੀਂ ਸਿੱਧਾ ਹਾ ਦਾ ਨਾਰਾ ਮਾਰਦੇ ਆ ਵੀ ਆ ਜਾਓ ਮੈਦਾਨ ਦੇ ਵਿੱਚ ਲਾਲਾ ਲਾਲਾ ਕਰਕੇ, ਸਾਨੂੰ ਸ਼ੰਕਾ ਰਹਿੰਦਾ ਆ ਲਗਾਤਾਰ ਕਿ ਕਿਤੇ ਸਾਡੀ ਮੂਵਮੈਂਟ ਜਿਹੜੀ ਬੜੇ ਡਿਸਾਈਸਿਵ ਮੋਡ ਦੇ ਵਿੱਚ ਪਹੁੰਚੀ ਆ, ਬੜੇ ਕਰੂਸ਼ੀਅਲ ਮੋਡ ਤੇ ਪਹੁੰਚੀ ਹੈ, ਉਹ ਕਿਤੇ ਕਮਜ਼ੋਰ ਨਾ ਹੋ ਜੇ, ਜਾਂ ਕਿਤੇ ਉਹ ਦੂਜੀਆਂ ਹੋਰ ਕਿਸੇ ਕੈਂਪੇਨ ਦੇ ਵਿੱਚ ਰਲ ਗੱਡ ਨਾ ਹੋ ਜੇ। ਪਰ ਮੇਰਾ ਖਿਆਲ ਹੈ ਕਿ ਜੇ ਆਪਾਂ ਸਾਰੇ ਸਮੁੱਚੇ ਮਾਈਂਡ
ਲਗਾਤਾਰ ਇਹਦੇ ਤੇ ਸੋਚ ਕੇ ਹੱਲ ਨੂੰ ਕੱਢਣ ਬਾਰੇ ਸੋਚੀਏ ਤਾਂ ਹੱਲ ਨਿਕਲਣ ਲਈ ਕੋਈ ਬਹੁਤ ਵੱਡੀ ਦਿੱਕਤ ਹੈ ਨਹੀਂ। ਲੇਟੈਸਟ ਇਹ ਚੱਲ ਰਿਹਾ ਕਿ ਜਿਹੜੇ ਵੀ ਪਤਵੰਤੇ ਸੱਜਣ ਹੈ, ਬਹੁਤ ਸਾਰੇ ਹੈਗੇ ਆ ਜਿਹੜੇ ਚੰਗੇ, ਕੋਈ ਇੰਟੈਲੈਕਚੁਅਲ ਹੈ, ਕੋਈ ਸੋਸ਼ਲ ਐਕਟੀਵਿਸਟ ਹੈਗੇ ਆ, ਕੁਝ ਪ੍ਰੋਫੈਸਰ ਸਾਹਿਬਾਨ ਵੀ ਹੈਗੇ ਰਿਟਾਇਰਡ, ਬਹੁਤ ਸਾਰੇ ਮੈਂ ਜਾਣਦਾ ਆ, ਜਿਹੜੇ ਪੰਜਾਬ ਦੇ ਹੇਤੂ ਆ, ਜਿਹੜੇ ਬੇਦਾਗ ਹੈਗੇ ਆ, ਲੇਕਿਨ ਕਿਸਾਨਾਂ ਦੇ ਨਾਲ ਲਗਾਤਾਰ ਹੱਕ ਦੇ ਵਿੱਚ ਬੋਲ ਰਹੇ ਆ, ਉਹਨਾਂ ਨਾਲ ਮੋਢਾ ਜੋੜ ਕੇ ਉਹਨਾਂ ਚੋਂ ਕੁਝ ਨਿੱਤਰ ਕੇ ਲੋਕ 5-7 ਸਾਹਮਣੇ ਆਉਣ। ਇਹ ਸਾਡੇ ਮਨ ਚ ਪ੍ਰਪੋਜ਼ਲ ਚੱਲ ਰਹੀ ਹੈ। ਉਹ ਆਪ ਸੱਤਾ ਦੇ ਲਾਲਚੀ ਨਾ ਹੋਣ, ਜਿਹੜੇ 5-7 ਬੰਦੇ ਆਉਣ, ਉਹ ਕਹਿਣ, ਆਪਣਾ ਐਫੀਡੈਵਿਟ ਲਿਖ ਕੇ ਦੇਣ ਕਿ ਅਸੀਂ ਚੋਣਾਂ ਨਹੀਂ ਲੜਾਂਗੇ, ਪਰ ਉਹ ਕਿਸਾਨਾਂ ਦੀ ਮਦਦ ਵਿੱਚ ਆਉਣ, ਕਿਸਾਨਾਂ ਨਾਲ ਡਿਸਕਸ਼ਨ ਲੀਡਰਾਂ ਦੇ ਨਾਲ ਕਰਨ, ਸਮੁੱਚੇ ਸੰਯੁਕਤ ਕਿਸਾਨ ਮੋਰਚੇ ਨਾਲ ਕਰਨ ਕਿ ਸਾਨੂੰ ਦੱਸੋ ਕਿ ਅਸੀਂ ਕਿਹੜੇ ਬੰਦੇ ਤੁਹਾਡੀ ਇਜਾਜ਼ਤ ਦੇ ਨਾਲ, ਤੁਸੀਂ ਲੀਡਰ ਉੱਥੇ ਫਰੰਟ ਤੇ ਲੜੋ, ਪਿੱਛੇ ਜਿਹੜੇ ਹੋਰ ਬੰਦੇ ਕੋਈ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਠੀਕ ਸਮਝਦੇ ਆ, ਜਿਨ੍ਹਾਂ ਨੂੰ ਤੁਸੀਂ ਥਾਪੜਾ ਦੇ ਕੇ ਅਸੈਂਬਲੀ 'ਚ ਭੇਜਣਾ ਚਾਹੁੰਦੇ ਆ, ਉਹਨਾਂ ਦਾ ਨੰਬਰ ਕਿੰਨਾ ਵੀ ਹੋਵੇ, ਉਹ 5 ਆ, 10 ਆ, 20 ਆ, 25 ਆ, 50 ਆ, ਕੋਈ ਗੱਲ ਨਹੀਂ ਹੈ। 5 ਵੀ ਹੋ ਸਕਦੇ ਆ, 50 ਵੀ ਹੋ ਸਕਦੇ, ਕੋਈ ਗੱਲ ਨਹੀਂ ਹੈ। ਪਰ ਤੁਸੀਂ ਖੁੱਲੀ ਖੇਲ ਇਹਨਾਂ ਨੂੰ ਨਾ ਖੇਡਣ ਦਿਓ। ਜਿੱਥੋਂ ਜਿੱਥੋਂ ਆਵਾਜ਼ਾਂ ਆ ਰਹੀਆਂ, ਉਹ ਬੰਦੇ ਇੱਕ ਬ੍ਰਿਜ ਦਾ ਕੰਮ ਬਣ ਕੇ ਆਮ ਲੋਕ ਜਿਹੜੇ ਇੱਥੇ ਮੁਕਾਬਲੇ 'ਚ ਉਤਰਨਾ ਚਾਹੁੰਦੇ ਆ, ਜਿਹੜੇ ਬੇਦਾਗ ਆ, ਜਿਹੜੇ ਲੋਕ ਆਵਾਜ਼ ਦੀ ਇੱਜ਼ਤ ਕਰਦੇ ਆ, ਉਹਨਾਂ ਨੂੰ ਅੱਗਿਓਂ ਅਗਵਾਈ ਦੇ ਸਕਦੇ ਆ। ਔਰ ਦੂਜੇ ਪਾਸੇ ਜਿਹੜੇ ਸਾਡੇ ਜੁਝਾਰੂ ਲੀਡਰ ਹੈਗੇ ਆ 32 ਕਿਸਾਨ ਯੂਨੀਅਨਾਂ ਦੇ, ਉਹਨਾਂ ਦੇ ਵਿੱਚ ਇੱਕ ਇਹੋ ਜਿਹਾ ਪੁਲ ਦਾ ਕੰਮ ਕਰਕੇ ਇਸ ਮਸਲੇ ਦਾ ਇੱਕ ਤਰੀਕਾ ਆ ਸੋਚਣ ਦਾ, ਕਿਤੇ ਨਾ ਕਿਤੇ ਕੋਈ ਹੱਲ ਨਿਕਲ ਸਕਦਾ ਆ। ਕਿਉਂਕਿ ਘੱਟੋ ਘੱਟ ਲੋਕਾਂ ਨੂੰ ਇਹ ਉਮੀਦ ਤੇ ਅੱਜ ਦੇਣੀ ਪਊਗੀ ਕਿ ਅਸੀਂ ਆਖਿਰ ਦੇ ਵਿੱਚ, ਛੇਕੜ ਦੇ ਵਿੱਚ ਬਿਲਕੁਲ ਘਰੀ ਨਹੀਂ ਬੈਠਾਂਗੇ। ਉਹ ਜਿਹੜੀ ਲੋਕ ਆਵਾਜ਼ ਥੱਲਿਓਂ ਲੋਕ ਆਭਾਰ ਆ, ਉਹਦਾ ਕਿਤੇ ਨਾ ਕਿਤੇ ਰਾਜਨੀਤਿਕ ਭੁਗਤਾਨ ਜ਼ਰੂਰ ਕਰਾਂਗੇ, ਜੇ ਇਹ ਵਿਸ਼ਵਾਸ ਹੋ ਜਾਏ। ਹੁਣ ਰਾਜੇਵਾਲ ਜੀ ਦੀ ਮੈਂ ਇੱਕ ਸੁਣ ਰਿਹਾ ਸੀ ਵੀਡੀਓ, ਜਿਹਦੇ ਵਿੱਚ ਉਹਨਾਂ ਤੇ ਵੀ ਪ੍ਰੈਸ਼ਰ ਆ, ਮੀਡੀਆ ਵੀ ਪੁੱਛਦਾ ਵੀ ਫਿਰ ਦੱਸੋ ਹੁਣ ਤੁਸੀਂ ਕੀ ਕਰੋਗੇ ਚੋਣਾਂ। ਉਹਨਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਅੰਦਰ ਕੁਝ ਚੰਗੇ ਲੋਕ ਆ, ਉਹਨਾਂ ਨੂੰ ਤੁਸੀਂ ਕਰ ਸਕਦੇ ਆ, ਉਹਨਾਂ ਨੂੰ ਉਹਨਾਂ ਦੇ ਪਿੱਛੇ ਤੁਸੀਂ ਆਪਣਾ ਭਾਰ ਪਾ ਸਕਦੇ ਆ। ਇੱਕ ਉਹਨਾਂ ਦਾ ਜਾਨੀ ਪਿੱਛਾ ਛਡਾਉਣ ਦਾ ਤਰੀਕਾ ਵੀ ਹੈਗਾ, ਤੇ ਇੱਕ ਉਮੀਦ ਦੇਣ ਦਾ ਵੀ ਤਰੀਕਾ ਹੈਗਾ ਕਿ ਹੁਣ ਹੋਰ ਕੋਈ ਨਾ ਕੋਈ ਤੇ ਗੱਲ ਕਹਿਣੀ ਚਾਹੀਦੀ ਹੈ। ਪਰ ਮੇਰਾ ਖਿਆਲ ਹੈ ਕਿ ਉਹਦੇ ਨਾਲੋਂ ਆਪਣੇ ਪਲੈਨਡ ਢੰਗ ਦੇ ਨਾਲ ਸਿਸਟੇਮੈਟਿਕਲੀ, ਸਾਡੇ ਕੋਲ ਟਾਈਮ ਅਜੇ ਹੈਗਾ, ਬਹੁਤ ਟਾਈਮ ਹੈ, 6 ਮਹੀਨੇ ਹੈਗੇ ਆ ਜੇ, ਫਰਵਰੀ ਜਾਨੀ ਮਾਰਚ 15 ਨੂੰ ਨਵੀਂ ਸਰਕਾਰ ਇਹਦੀ ਹੁਣ ਪੂਰੀ ਹੋਣੀ ਆ, ਤੇ ਆਪਾਂ ਇਹ ਸਾਰਾ ਕੰਮ ਇੱਕ ਅੱਧੇ ਮਹੀਨੇ 'ਚ ਹੀ ਸਾਰਾ ਸਿਰੇ ਚੜ ਸਕਦਾ ਹੁੰਦਾ। ਮੇਰਾ ਖਿਆਲ ਹੈ ਕਿ ਜਿਹੜੇ ਸਾਡੇ ਕਿਸਾਨ ਲੀਡਰ ਹੈਗੇ, ਉਹ ਇਹਦੇ ਬਾਰੇ ਜੇ ਹਰੀ ਝੰਡੀ ਦੇਣ ਕਿ ਇੰਜ ਗੋ ਹੈਡ ਕਰੋ, ਤਾਂ ਮੇਰਾ ਖਿਆਲ ਹੈ ਕਿ ਆਪਾਂ ਇਸ ਦੋਵੇਂ ਚੀਜ਼ਾਂ ਦੇ, ਦੋਵਾਂ ਲੜਾਈਆਂ ਦੇ ਵਿੱਚ ਹੀ ਕਾਮਯਾਬ ਹੋ ਸਕਦੇ ਹਾਂ। ਹਾਂ, ਹਾਲਾਂਕਿ ਉਹ ਲੜਾਈ ਜਿਹੜੀ ਹੈ, ਜਿਹੜੀ ਕਿਸਾਨਾਂ ਦੇ ਬਿਹਾਫ ਤੇ ਲੋਕਾਂ ਨੇ ਆਪ ਆਪਣੇ ਮੋਢਿਆਂ ਤੇ ਲੜਨੀ ਹੈ, ਉਸ ਦੀ ਸ਼ੁਰੂਆਤ ਓਪਨਲੀ ਨਹੀਂ ਕੀਤੀ ਜਾ ਸਕਦੀ। ਉਸ ਨੂੰ ਅਜੇ ਉਸੇ ਤਰੀਕੇ ਦੇ ਨਾਲ ਰੱਖਣਾ ਪਊਗਾ। ਭਾਵੇਂ ਅੱਜ ਸੁਖਵਿੰਦਰ ਲੋੜ ਨਹੀਂ ਹੈ ਕਿ ਆਪਾਂ ਕੰਪੇਨ ਕਰੀਏ, ਅਸੀਂ ਤੇ ਦੂਜਿਆਂ ਨੂੰ ਵੀ ਕਹਿ ਰਹੇ ਆ, ਕਿਸਾਨ ਕਹਿ ਰਹੇ ਆ ਕਿ ਤੁਸੀਂ ਅਜੇ ਕੰਪੇਨ ਸ਼ੁਰੂ ਨਾ ਕਰੋ, ਪਰ ਸਾਨੂੰ ਜਿਹੜੀ ਤਿਆਰੀ ਹੈ ਗਰਾਊਂਡ ਲੈਵਲ ਦੀ, ਜਿਹੜੀ ਕਿ ਇੱਕ ਛੋਟਾ ਕੰਮ ਨਹੀਂ ਹੈ ਜਦੋਂ ਵੱਡੀਆਂ ਪਾਰਟੀਆਂ ਦੇ ਮੁਕਾਬਲੇ 'ਚ ਉਤਰਨਾ ਆ, ਤਾਂ ਉਸ ਨੂੰ ਹੁਣ ਤੋਂ ਕਿਸੇ ਨਾ ਕਿਸੇ ਰੂਪ 'ਚ ਘੱਟੋ ਘੱਟ ਸੋਚ ਲੈਵਲ ਤੇ, ਪਲੈਨਿੰਗ ਲੈਵਲ ਤੇ ਸ਼ੁਰੂ ਕਰ ਦੇਣਾ ਚਾਹੀਦਾ, ਤਾਂ ਕਿ ਲੋਕਾਂ ਨੂੰ ਇੱਕ ਉਮੀਦ ਜ਼ਰੂਰ ਬਣੀ ਰਹੇ। ਪਰ ਆਖਿਰ ਦੇ ਵਿੱਚ ਵੀ ਸਾਡਾ ਆਪਣਾ, ਜਿਹੜੇ ਅਸੀਂ ਸੋਚਣ ਵਾਲੇ ਬੰਦੇ ਆ ਜਾਂ ਹੋਰ ਐਕਟੀਵਿਸਟ ਹੈਗੇ ਆ, ਬਹੁਤ ਸਾਰੇ ਬੰਦੇ ਪੰਜਾਬ ਦੇ ਅੰਦਰ ਹੈਗੇ ਆ ਜਿਹੜੇ ਵੈਲ ਵਿਸ਼ਰ ਹੈ ਇਸ ਮੂਵਮੈਂਟ ਦੇ, ਇਕੱਲੇ ਉਹ ਸ਼ੁਭ ਚਿੰਤਕ ਹੀ ਨਹੀਂ ਹੈ, ਉਹ ਲਗਾਤਾਰ ਡਟ ਕੇ ਸਾਥ ਦੇ ਰਹੇ ਆ। ਫੈਸਲਾ ਉਹਨਾਂ ਦਾ ਨਹੀਂ ਹੋਊਗਾ, ਫੈਸਲਾ ਅਲਟੀਮੇਟਲੀ ਕੀ ਕਰਨਾ ਨਹੀਂ ਕਰਨਾ ਉਹ ਆਖਿਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਹੋਊਗਾ ਜਾਂ ਪੰਜਾਬ ਦੀਆਂ 32 ਯੂਨੀਅਨਾਂ ਦਾ ਹੋਊਗਾ। ਜੋ ਉਹਨਾਂ ਦਾ ਆਰਡਰ ਹੋਊਗਾ ਉਹੋ ਹੀ ਸਾਰਿਆਂ ਨੂੰ ਸਿਰ ਮੱਥੇ ਹੋਊਗਾ। ਹਾਂਜੀ ਸੁਖਵਿੰਦਰ ਜੀ, ਬਿਲਕੁਲ ਬਿਲਕੁਲ, ਦਿਨ ਖਾਸ ਹੈ ਤੇ ਚਰਚਾ ਜਿਹੜੀ ਹੈ ਉਹ ਇਹ ਗੱਲਬਾਤ ਹੋਰ ਮੰਗਦੀ ਹੈ। ਮੇਰਾ ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ, ਮਾਫ ਕਰਨਾ ਤੁਹਾਡਾ ਸਮਾਂ ਜ਼ਿਆਦਾ ਲੈ ਲਿਆ ਮੈਂ,
ਸਵਾਲ ਇਹ ਹੈ ਕਿ ਸਾਰਾ ਕੁਝ ਵਿਚਾਰਿਆ ਗਿਆ ਸਿਆਸੀ ਤੌਰ ਦੇ ਉੱਤੇ, ਕਿਸਾਨਾਂ ਦੇ ਉੱਤੇ ਜੋ ਕੁਝ ਚੱਲਿਆ, ਸਾਰਾ ਕੁਝ ਇੱਕ ਸਾਲ 'ਚ ਕੀ ਕੁਝ ਹੋਇਆ। ਇਹਦੇ ਵਿੱਚ ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਵੀ ਦੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਜਿਸ ਤਰ੍ਹਾਂ ਦੇ ਨਾਲ ਖਿਚਾਈ ਕੀਤੀ ਗਈ ਕਹਿ ਲਓ, ਜਾਂ ਕਿਸੇ ਕਿਸੇ ਥਾਂ ਤੇ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਤੋਂ ਲੋਕਾਂ ਨੂੰ ਆਸ ਉਮੀਦ ਵੱਜੀ ਕਿ ਇਨਸਾਫ ਕਿਤੇ ਨਾ ਕਿਤੇ ਹੈਗਾ। ਇਹਦੇ ਵਿਚਾਲੇ ਨਾਲ ਹੀ ਮੈਂ ਇੱਕ ਹੋਰ ਸਵਾਲ ਜੋੜ ਦੇਣਾ, ਦੋਨਾਂ ਦਾ ਜਵਾਬ ਦਿਓ ਕਿ ਜਦੋਂ ਕੇਂਦਰ ਏਜੰਸੀਆਂ ਦੀ ਵਰਤੋਂ ਕਰਦੀ ਹੈ, ਜਿਹੜੀ ਆਪਾਂ ਵਿੱਚ ਗੱਲ ਕਰ ਰਹੇ ਸੀ ਕਿ ਸੋਨੂ ਸੂਦ ਹੋਰਾਂ ਦੇ ਉੱਤੇ ਜਿਹੜਾ ਆਈਟੀ ਜਿਹੜਾ ਇਨਕਮ ਟੈਕਸ ਦਾ ਸਰਵੇ ਕਹਿੰਦੇ ਉੱਥੇ ਕੀਤਾ ਜਾ ਰਿਹਾ, ਕੁਛ ਆਪਾਂ ਕਹਿ ਰਿਹਾ ਉਹਨੂੰ, ਤੇ ਨਾਲੋਂ ਨਾਲ ਜਿਹੜੇ ਮੰਦਰਾ ਜੀ ਦੇ ਉੱਤੇ, ਮੰਦਰ ਜੀ ਜਿਹੜੇ, ਉਹਨਾਂ ਦੇ ਉੱਤੇ ਜਿਹੜਾ ਛਾਪਾ ਹਰਸ਼ਮੰਦਰ ਹੋਣਾ ਦੇ ਉੱਤੇ ਲਾਇਆ ਗਿਆ, ਤੇ ਉਹ ਖੁਦ ਤਾਂ ਬਾਹਰ ਨੇ। ਇਹਨਾਂ ਸਾਰਿਆਂ ਨੂੰ ਕਿੱਦਾਂ ਦੇਖਦੇ ਸਭ ਦੇ ਵਿਚਾਲੇ, ਜਦੋਂ ਖੇਤੀ ਕਾਨੂੰਨ ਤੇ ਉਧਰੋਂ ਕੇਂਦਰ ਦਾ ਆਪਣਾ ਦਾ ਪੇਚ ਕਿ ਕਿੱਦਾਂ ਆਪਣੀਆਂ ਏਜੰਸੀਆਂ ਨੂੰ ਕਿਸ ਤਰ੍ਹਾਂ ਵਰਤਣਾ, ਭਾਵੇਂ ਪੱਛਮੀ ਬੰਗਾਲ 'ਚ ਹੋਵੇ ਤੇ ਭਾਵੇਂ ਆ ਜਿਹੜੀਆਂ ਅੱਜ ਕੱਲ ਆਪਾਂ ਦੇਖ ਰਹੇ ਹਾਂ। ਇਸੇ ਕਰਕੇ ਤੇ ਮੈਂ ਕਹਿ ਰਿਹਾ ਨਾ ਕਿ ਦੇਸ਼ ਦੇ ਅੰਦਰ ਇੱਕ ਫਾਸ਼ੀਵਾਦ ਦਾ ਮਾਹੌਲ ਰਚਿਆ ਜਾ ਰਿਹਾ, ਜਿੱਥੋਂ ਮਾੜੀ ਮੋਟੀ ਵੀ ਸਾਨੂੰ ਕੋਈ ਕਿਰਨ ਰੋਸ਼ਨੀ ਅਜੇ ਨਜ਼ਰ ਆ ਰਹੀ, ਜਿੱਥੇ ਮਾੜਾ ਮੋਟਾ ਦੀਵਾ ਜਗਦਾ ਨਜ਼ਰ ਆ ਰਿਹਾ, ਉਹ ਕਦੀ ਬੁਝਦਾ ਕਦੀ ਜਗਦਾ ਉੱਥੇ ਵੀ। ਇਹ ਸੁਪਰੀਮ ਕੋਰਟ ਉਹ ਹੀ ਨਹੀਂ ਜੋ ਰੰਜਨ ਗਗੋਈ ਵਾਲੀ ਸੀ ਜਾਂ ਉਦੋਂ ਬਾਅਦ ਦੇ ਜਿਹੜੇ CJI ਸੀ। ਇਹ ਹੁਣੀ ਰਮੰਨਾ ਸਾਹਿਬ ਜਿੱਦਣ ਦੇ CJI ਬਣੇ ਆ ਤੇ ਇਹਦੇ ਵਿੱਚ ਕੁਝ ਆਕਸੀਜਨ ਗਈ ਆ ਸੁਪਰੀਮ ਕੋਰਟ 'ਚ ਤੇ ਕੁਝ ਫੈਸਲੇ ਹੋਣ ਲੱਗੇ ਆ। ਅਦਰਵਾਈਜ਼ ਉੱਥੇ ਵੀ ਭੋਗ ਪੈ ਚੁੱਕਾ ਸੀ, ਹਨੇਰਾ ਹੀ ਹਨੇਰਾ ਸੀ ਤੇ ਲੋਕ ਬੜੇ ਬੇਉਮੀਦੇ ਹੋਏ ਸੀਗੇ। ਇੱਥੇ ਬਾਕੀ ਵੀ ਜਿਹੜੇ ਸਾਡੇ ਸੰਸਥਾਨ ਆ ਉਹਨਾਂ ਦਾ ਇਹੋ ਹੀ ਹਾਲ ਆ। ਇਲੈਕਸ਼ਨ ਕਮਿਸ਼ਨ ਲੈ ਲਓ, ED ਲੈ ਲਓ, CBI ਕਰ ਲਓ, ਰਿਜ਼ਰਵ ਬੈਂਕ ਕਰ ਲਓ, ਜਿਹੜੇ ਵੀ ਈਵਨ ਤੁਸੀਂ ਡਿਫੈਂਸ ਫੋਰਸਿਸ ਦੇ ਵਿੱਚ ਵੀ ਕੇਂਦਰੀਕਰਨ ਹੋ ਗਿਆ। ਰਾਵਤ ਸਾਹਿਬ ਨੂੰ ਇੱਕ CDS ਬਣਾਤਾ ਆ, ਜਿਹੜਾ ਚੀਫ ਆਫ ਡਿਫੈਂਸ ਸਟਾਫ, ਤਿੰਨੇ ਫੋਰਸਿਸ ਨੂੰ ਉੱਥੇ ਇਕੱਠਾ ਕਰਤਾ, ਜਿਹੜਾ ਸਿੱਧਾ ਮੋਦੀ ਜੀ ਦੇ ਅੱਗੇ ਗੱਲਬਾਤ ਰੱਖਦੇ। ਇਸ ਕਰਕੇ ਜਿਹੜੀ ਇਹ ਕੇਂਦਰੀਕਰਨ ਹੋਣਾ ਏਡੇ ਵੱਡੇ ਪੱਧਰ ਤੇ ਸੱਤਾ ਦਾ, ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈਗਾ। ਉਸੇ ਹੀ ਖਤਰੇ ਦੇ ਚੇਨ ਵਿੱਚ ਜੇ ਸਾਰੀਆਂ ਚੀਜ਼ਾਂ ਪੜੋਗੇ, ਸੋਨੂ ਸੂਦ ਦੇ ਉੱਤੇ, ਕਿਉਂਕਿ ਉਹ ਕਿਸਾਨਾਂ ਨਾਲ ਖੜਾ, ਉਹਨਾਂ ਦੇ ਹੱਕ ਦੀ ਗੱਲ ਕਰਦੇ ਆ, ਹੋਰ ਪਬਲਿਕ ਦੇ ਨਾਲ ਖੜਾ, ਉਹਦੇ ਤੇ ਰੇਡ ਕਰਵਾਉਣੇ ED ਦੇ, CBI ਦੇ। ਇਸੇ ਤਰੀਕੇ ਦੇ ਨਾਲ ਹਰਸ਼ਮੰਦਰ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ, ਮੈਂ ਕਈ ਸੈਮੀਨਾਰਾਂ 'ਚ ਮਿਲਿਆ। ਉਹ ਰਿਟਾਇਰਡ IAS ਹੈਗੇ ਆ, ਉਹਨਾਂ ਨੇ ਇੱਕ NGO ਵੀ ਬਣਾਈ ਆ ਜਿਹਦੇ ਵਿੱਚ ਸਮਾਜਿਕ ਸਮਤਾ ਕਿਵੇਂ ਹੋਵੇ ਉਹ ਉਹਦੇ ਲਈ ਕਰਦੇ ਆ। ਬੱਚਿਆਂ ਲਈ ਚਾਈਲਡ ਲੇਬਰ ਦੇ ਉੱਤੇ ਉਹਨਾਂ ਦਾ ਬਹੁਤ ਕੰਮ ਆ, ਔਰ ਉਹ ਲਗਾਤਾਰ ਜਿੰਨੀ ਵੀ ਕਿਸਾਨਾਂ ਦੀ ਮੂਵਮੈਂਟ ਆ ਹੋਰ ਨਾ ਉਹਦੇ ਤੇ ਲਿਖਦੇ ਰਹੇ ਆ, ਬੋਲਦੇ ਰਹੇ ਆ। ਮੂਵਮੈਂਟ ਦੇ ਵਿੱਚ ਲਗਾਤਾਰ ਲੜਾਕੂ ਬੰਦੇ ਹੈਗੇ। ਉਹਨਾਂ ਦੇ 6 ਸਥਾਨਾਂ ਦੇ ਉੱਤੇ ਘਰ ਦੇ ਉੱਤੇ ਵੀ ਛਾਪਾ ਇਨਕਮ ਟੈਕਸ ਵਾਲਿਆਂ ਦਾ ਤੇ ED ਦਾ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਮਾਰਿਆ। 6 ਜਗ੍ਹਾ ਦੇ ਉੱਤੇ NGO ਦੇ ਦਫ਼ਤਰਾਂ ਦੇ ਉੱਤੇ ਕਾਗਜ਼ ਕੂਗਜ਼ ਸਾਰੇ ਚੁੱਕ ਕੇ ਲੈ ਗਏ। ਹਾਲਾਂਕਿ ਉਹ ਤੇ ਜਰਮਨੀ ਗਏ ਹੋਏ ਆ, 9 ਮਹੀਨੇ ਦਾ ਕੋਈ ਫੈਲੋਸ਼ਿਪ ਮਿਲਿਆ, 2 ਦਿਨ ਪਹਿਲਾਂ ਹੀ ਅਜੇ ਜਰਮਨੀ ਗਏ ਆ। ਇਸ ਲਈ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹ ਉਹਨਾਂ ਹੀ ਜੋ ਅਸੀਂ ਪਹਿਲਾਂ ਖਤਰਿਆਂ ਨੂੰ ਪ੍ਰਗਟਾਇਆ ਕਿ ਜੋ ਵੀ ਆਦਮੀ ਲੋਕਾਂ ਦੇ ਹੱਕ ਦੀ ਗੱਲ ਕਰੂਗਾ, ਇਨਸਾਫ ਦੀ ਗੱਲ ਕਰੂਗਾ, ਇਮਾਨਦਾਰ ਹੋਊਗਾ, ਔਰ ਕੇਂਦਰੀ ਸਰਕਾਰ ਜਾਂ ਜਿਹੜੀ ਸੱਤਾ ਦੇ ਵਿੱਚ ਸਰਕਾਰ ਆ ਇਸ ਵੇਲੇ, ਉਸ ਨੂੰ ਮਾੜੀ ਮੋਟੀ ਵੀ ਕਿਤੇ ਅੱਖ ਦਿਖਾਊਗਾ ਜਾਂ ਉਹਨੂੰ ਚੁਣੌਤੀ ਦਊਗਾ ਕਿ ਉਹਨੂੰ ਵੰਗਾਰੂਗਾ, ਤਾਂ ਉਹਦੇ ਨਾਲ ਇਹੋ ਹਾਲ ਹੋਊਗਾ। ਇਸ ਲਈ ਹਰਸ਼ਮੰਦਰ ਨੂੰ ਜਾਂ ਸੋਨੂ ਸੂਦ ਨੂੰ ਜਾਂ ਜਿਹੜਾ ਵੀ ਹੋਰ ਕੋਈ ਇਹੋ ਜਿਹਾ, ਭਾਵੇਂ ਉਹ ਜਿਹੜੇ ਉੱਥੇ ਕੋਰੇਗਾਂਵ, ਭੀਮਾ ਕੋਰੇਗਾਂਵ ਦੀ ਲੜਾਈ 16 ਬੰਦੇ ਅੰਦਰ ਦਿੱਤੇ ਹੋਏ ਆ, ਇਹ ਸਾਰੇ ਨੌਲੱਖਾ ਵਗੈਰਾ ਜਾਂ ਹੋਰ ਸੁਦਾ ਭਾਰਤਵਾਜ, ਇਹ ਸਾਰੇ ਬੰਦੇ ਜਿਹੜੇ ਆ, ਤੇਲ ਤੁੰਬੜੇ ਵਗੈਰਾ, ਇਹ ਜਦੋਂ ਅਸੀਂ ਉਹਨਾਂ ਦੇ ਹੱਕ 'ਚ ਡਟ ਕੇ ਨਹੀਂ ਖੜੇ ਹੁੰਦੇ ਜਾਂ ਇਹੋ ਜਿਹਾ ਜਦੋਂ ਧੱਕਾ ਹੁੰਦਾ, ਜੇ ਡਟ ਕੇ ਨਹੀਂ ਖੜੇ ਹੁੰਦੇ, ਇਹਦਾ ਮਤਲਬ ਅਸੀਂ ਮੋਦੀ ਜੀ ਨੂੰ ਕਹਿ ਰਹੇ ਹਾਂ ਕਿ ਸਾਡੇ ਘਰ ਵੀ ਭੇਜ ਦਿਓ, ਸਾਡੇ ਵੀ ਜਿਹੜੇ ਕੰਪਿਊਟਰ ਜਾਂ ਵਗੈਰਾ ਚੁੱਕ ਕੇ ਲੈ ਜਾਓ। ਇਹ ਤਾਂ ਹੀ ਸੂਤਰ ਆਊਗਾ ਜਦੋਂ ਲੋਕ ਵੱਡੀ ਪੱਧਰ ਤੇ ਡਟ ਕੇ, ਕਿਤੇ ਵੀ ਜਦੋਂ ਇਹੋ ਜਿਹਾ ਹਮਲਾ ਹੁੰਦਾ, ਪਬਲਿਕ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉੱਥੇ ਪਬਲਿਕ ਦੀ ਆਵਾਜ਼ ਡਟ ਕੇ ਉਹਨਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਹੱਕ 'ਚ ਖੜੀ ਹੋਣੀ ਚਾਹੀਦੀ ਹੈ। ਬਾਈ ਦਾ ਵੇ ਮੈਂ ਤੁਹਾਨੂੰ ਦੱਸ ਦਿਆਂ, ਵੱਡੇ ਵੱਡੇ ਦਿੱਲੀ ਤੇ ਦੇਸ਼ ਦੇ ਇੰਟੈਲੈਕਚੁਅਲ 29 ਬੰਦਿਆਂ ਨੇ ਪਹਿਲਾਂ ਹੀ ਤੁਰੰਤ ਇੱਕ ਚਿੱਠੀ ਲਿਖ ਕੇ ਸਰਕਾਰ ਨੂੰ ਭੇਜੀ ਹੈ ਕਿ ਇਹ ਧੱਕਾ ਬੰਦ ਕਰੋ। ਹਰਸ਼ਮੰਦਰ ਦੀ ਸਪੋਰਟ ਵਿੱਚ ਖੜੇ ਹੋਏ ਆ। ਅਸੀਂ ਵੀ ਸੋਚ ਰਹੇ ਹਾਂ ਕਿ ਇੱਕ ਅੱਧੇ ਦਿਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਇੱਥੇ ਪ੍ਰੋਟੈਸਟ ਕਰਾਂਗੇ, ਨਹੀਂ ਤੇ ਜਿਹੜੀਆਂ ਮਾੜੀਆਂ ਮੋਟੀਆਂ ਵੀ ਪਾਕਟਸ ਬਚੀਆਂ ਜਿੱਥੋਂ ਸੱਚਾਈ ਸਾਹਮਣੇ ਆਉਂਦੀ ਹੈ ਤੇ ਇਸ ਦੇਸ਼ ਦੀ ਵਿੱਚ ਸਰਕਾਰ ਦੀ ਧੱਕਾਸ਼ਾਹੀ ਨੂੰ ਚੁਣੌਤੀ ਦਿੰਦੇ ਆ,
ਉਹਨਾਂ ਦਾ ਦਬਾਅ ਹੋਰ ਲੋਕਾਂ ਦੇ ਉੱਤੇ ਵੱਧਦਾ ਜਾਊਗਾ। ਦੂਜੇ ਪਾਸੇ ਮੈਂ ਨਾਲ ਹੀ ਗੱਲ ਜੋੜ ਦਿਆਂ, ਤੁਸੀਂ ਵੇਖ ਲਿਓ ਜੇ ਤੁਹਾਡੇ ਕੋਲ ਜਗ੍ਹਾ ਤੇ ਟਾਈਮ ਹੋਊਗੀ, ਕਾਂਗਰਸ ਦਾ ਜਿਹੜਾ ਪੰਜਾਬ ਦੇ ਅੰਦਰ ਖਲਾਰਾ ਹੈਗਾ ਉਹ ਜੀ ਉਸੇ ਜੀ ਤਰ੍ਹਾਂ ਵਧੀ ਜਾ ਰਿਹਾ। 40 MLA ਲਿਖ ਕੇ ਚਿੱਠੀ ਦੇ ਆਏ ਸੋਨੀਆ ਨੂੰ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਉਦੋਂ ਪਹਿਲਾਂ ਇੱਕ ਵਿਧਾਇਕ ਦਲ ਦੀ ਮੀਟਿੰਗ ਕੀਤੀ ਜਾਵੇ। ਦੂਜੇ ਪਾਸੇ ਜਿਹੜੇ ਆਪਣੇ ਕੈਪਟਨ ਸਾਹਿਬ ਆ ਉਹ ਕਹੀ ਜਾਂਦੇ ਆ ਕਿ ਇੱਥੇ ਇੰਟੈਲੀਜੈਂਸ ਦਾ ਬੜਾ ਖਤਰਾ, ਇੰਟੈਲੀਜੈਂਸ ਦੇ ਬੰਦੇ ਫੜ ਲਏ, ਬੰਬ ਫੜ ਲਿਆ, ਫਲਾਨਾ ਟਮਕਾਣਾ, ਕਿਸਾਨਾਂ ਨੂੰ ਬਾਹਰ ਚਲੇ ਜਾਣਾ ਚਾਹੀਦਾ, ਇੱਥੇ 113 ਜਗ੍ਹਾ ਮਜਾਰੇ ਆ, ਪੰਜਾਬ ਤੇ ਲੁੱਟ ਹੋ ਰਿਹਾ, ਪੰਜਾਬ ਤੇ ਗਰੀਬ ਹੁੰਦਾ ਜਾ ਰਿਹਾ, ਪੰਜਾਬ ਦੇ ਵਿੱਚ ਤੇ ਰੁਜ਼ਗਾਰ ਨਹੀਂ ਰਹੂਗਾ। ਇਹ ਸਾਰੀਆਂ ਗੱਲਾਂ ਕੁੱਲ ਮਿਲਾ ਕੇ ਇੱਕ ਖਦਸ਼ੇ ਪ੍ਰਗਟ ਕਰਦੀਆਂ ਕਿ ਕਿਤੇ ਇਹ ਨਾ ਹੋ ਜਾਏ ਕਿ ਕੈਪਟਨ ਸਾਹਿਬ ਦੇ ਥੱਲਿਓਂ ਕੋਈ ਖਾਕੀ ਨਿੱਕਰ ਨਿਕਲ ਆਏ। ਇਹ ਲੋਕਾਂ ਨੂੰ ਸ਼ੰਕੇ ਹੈਗੇ ਆ ਕਿ ਕੱਲ ਨੂੰ ਜਿਹੋ ਜੀ ਭਾਸ਼ਾ ਬੋਲਦੇ ਆ, ਜਿਸ ਢੰਗ ਨਾਲ ਕਿਸਾਨਾਂ ਦੇ ਦੱਬੀ ਜ਼ਬਾਨ 'ਚ, ਫਿਰ ਜਦੋਂ ਰਿਵਾਈਜ਼ ਵੀ ਕਰਦੇ ਆ ਤੇ ਫਿਰ ਵੀ ਉਹੀ ਕਹਿੰਦੇ ਆ। ਇਹ ਜਿਹੜੀਆਂ ਗੱਲਾਂ ਕਰਨੀਆਂ ਇਹ ਕਿਸੇ ਵੀ ਤਰੀਕੇ ਦੇ ਨਾਲ ਮੂਵਮੈਂਟ ਦੇ ਹੱਕ 'ਚ ਨਹੀਂ ਹੈਗੀਆਂ। ਜਾਂ ਉਹ ਆਪਣਾ ਸਟੈਂਡ ਸਾਫ਼ ਕਰ ਦੇਣ। ਹੁਣ ਅਕਾਲੀਆਂ ਨੇ ਛੱਡਿਆ, ਜੇ ਇਹਨਾਂ ਦਾ ਜਾਣ ਨੂੰ ਜੀ ਕਰਦਾ ਤੇ ਚਲੇ ਜਾਣ, ਫਿਰ ਖੁੱਲ ਕੇ ਜਾਣ, ਫਿਰ ਦੱਬੀ ਜ਼ਬਾਨ 'ਚ ਨਾ ਜਾਣ। ਇਸੇ ਤਰੀਕੇ ਨਾਲ ਜਿਹੜੇ ਸਿੱਧੂ ਨਹੀਂ ਹੈ ਉਹਨਾਂ ਬਗਾਵਤ ਦਾ ਝੰਡਾ ਵੀ ਚੁੱਕਿਆ ਹੋਇਆ। ਹੋ ਸਕਦਾ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ ਉਹਦੇ 'ਚ ਕੋਈ ਨਵੇਂ CM ਦਾ ਪ੍ਰਪੋਜ਼ਲ ਉਹਦੇ 'ਚ ਹੋਵੇ। ਇਹੋ ਜਿਹੀ ਗੱਲ ਦਾ ਚਰਚਾ ਕਾਫੀ ਚੱਲੀ ਹੋਈ ਹੈ। ਇਹ ਤੇ ਸਾਡੀ ਰਾਜਨੀਤੀ ਦਾ ਉੱਪਰ ਥੱਲੇ ਉਠਕ ਬੈਠਕ ਚੱਲੀ ਜਾਣਾ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੁਹਾਡੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਖੇਤੀ ਕਾਨੂੰਨਾਂ ਦੇ 1 ਸਾਲ ਮੁਕੰਮਲ ਹੋਣ ਤੇ ਜੋ ਕੁਝ ਸਰਕਾਰਾਂ ਨੇ ਕੀਤਾ ਤੇ ਜੋ ਕੁਝ ਅਸੀਂ ਦੇਖਿਆ ਉਹ ਸਭ ਦੇ ਉੱਤੇ ਚਰਚਾ ਕੀਤੀ ਹੈ। ਸੁਪਰੀਮ ਕੋਰਟ ਦਾ ਰੋਲ ਕਿੱਦਾਂ ਦਾ ਰਿਹਾ ਜਾਂ ਬਾਕੀ ਸਿਆਸੀ ਧਿਰਾਂ ਕਿੱਦਾਂ ਰਹੀਆਂ। ਖਾਸ ਗੱਲ ਅਖੀਰ ਦੇ ਵਿੱਚ ਜਿਹੜੀ ਪ੍ਰੋਫੈਸਰ ਸਾਹਿਬ ਨੇ ਕਹੀ, ਪੰਜਾਬ ਦਾ ਘਟਨਾਕ੍ਰਮ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਸਿਆਸਤ ਦੇ ਵਿੱਚ ਨਵੇਂ ਹਲਚਲ ਜਿਹੜੀ ਆ ਦੇਖਣ ਨੂੰ ਮਿਲਦੀ ਹੈ। ਹੁਣ ਜਿਹੜੇ 40 MLA ਕਹਿ ਲਓ ਕਿ ਜਿਨ੍ਹਾਂ ਨੇ ਕਿਹਾ ਕਿ ਵਿਧਾਇਕ ਦਲ ਦੀ ਮੀਟਿੰਗ ਸੱਦ ਲਓ, ਜੇ ਉਹ ਨਿਤਰੇ ਨੇ ਤਾਂ ਅੱਗੋਂ ਕਿੰਨੇ ਨਿਤਰਨਗੇ? ਕੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੀ ਕਵਾਇਦ ਇਸੇ ਢੰਗ ਨਾਲ ਚੱਲ ਰਹੀ ਹੈ ਜਾਂ ਕੈਪਟਨ ਸਾਹਿਬ ਆਪਣਾ ਕੀ ਦਾਅ ਖੇਡਦੇ ਨੇ? ਚਰਚਾ ਜਿਹੜੀ ਹੈ ਲਗਾਤਾਰ ਇਸ ਉੱਤੇ ਹੁੰਦੀ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਇਜਾਜ਼ਤ ਦਿਓ ਮੈਨੂੰ। ਧੰਨਵਾਦ।